सत श्री अकाल जी सारे साथियों ਨੂੰ। मैं प्रीतमान ਜ਼ਿਲ੍ਹਾ ਫਤਿਹਗੜ੍ਹ ਸਾਹਿਬ। ਸਾਥੀਓ, ਅੱਜ ਦੋ ਕੁ ਗੱਲਾਂ ਕਰਨੀਆਂ ਤੁਹਾਡੇ ਨਾਲ। ਮੈਨੂੰ ਪਤਾ ਕੌੜੀਆਂ ਜ਼ਰੂਰ ਲੱਗਣਗੀਆਂ, ਚੁਗਣੀਆਂ ਜ਼ਰੂਰ ਆ ਤੁਹਾਨੂੰ। ਇਸ ਕਰਕੇ ਕੰਨਾਂ ਦੇ ਵਿੱਚ ਭਾਵੇਂ ਕੌੜਾ ਤੇਲ ਪਹਿਲਾਂ ਹੀ ਪਾ ਲਓ, ਇਹ ਵਧੀਆ ਰਹੂਗਾ। ਕਿਉਂਕਿ ਜਿਹੜੇ ਅੱਜ ਹਾਲਾਤ ਹੈ, ਉਹਨਾਂ ਹਾਲਾਤਾਂ ਦੇ ਵਿੱਚੋਂ ਜੋ ਕੁਝ ਮਿਲਣਾ ਹੈ। ਤੁਸੀਂ ਸ਼ੁਰੂ ਹੋਏ ਸੀਗੇ, ਧਰਨਾ ਲਾਇਆ ਸੀਗਾ, ਪੇਪਰ ਸਿਰ ਪਰ ਸੀ, ਧਰਨਾ ਲੱਗਿਆ, ਧਰਨਾ ਲਾ ਕੇ ਮੰਗ ਰੱਖੀ ਪੇਪਰ ਕੈਂਸਲ ਕਰਨ ਦੀ। ਉਸ ਤੋਂ ਬਾਅਦ 40,000 ਤਨਖਾਹ, ਉਸ ਤੋਂ ਬਾਅਦ 25 ਨੰਬਰ, ਉਸ ਤੋਂ ਬਾਅਦ ਸਿੱਧਾ ਮਰਜ, ਉਸ ਤੋਂ ਬਾਅਦ ਐਨਟੀਡੀ ਦੀਆਂ ਪੋਸਟਾਂ ਤੇ ਮਰਜ, ਉਸ ਤੋਂ ਬਾਅਦ ਪਤਾ ਨਹੀਂ ਸੁਆਹ ਖੇ ਕੀ ਤੁਸੀਂ ਮੰਗ ਰੱਖੀ ਹੈ। ਤੁਹਾਡੀ ਇੱਕ ਮੰਗ ਨਹੀਂ ਤੁਹਾਡੇ ਕੋਲੋਂ ਸਹੀ ਤਰ੍ਹਾਂ ਰੱਖੀ ਗਈ, ਜਿਹੜੀ ਕਿ ਜ਼ਰੂਰੀ ਸੀ, ਪੇ ਵਾਧਾ ਨਹੀਂ ਰੱਖੀ ਗਈ। ਤੁਸੀਂ ਘੁੰਮ ਘੁਮਾ ਕੇ ਜਿੱਥੋਂ ਤੁਰੇ ਸੀ ਹਾਰ ਕੇ ਉੱਥੇ ਹੀ ਆ ਗਏ। ਕਿੱਥੇ ਆ ਗਏ? ਪੇਪਰ ਤੇ। ਹੁਣ ਪੇਪਰ ਦੇਣਾ ਹੈ। ਇਹਨਾਂ ਸਾਥੀਆਂ ਨੇ ਕਿਹੜੀ ਗੱਲ ਦਾ ਲਈ ਪੇਪਰ ਲੈਣਾ ਸੀਗਾ? ਇਹ ਤਾਂ ਕਹਿੰਦੇ ਸੀ ਪੇਪਰ ਨਹੀਂ ਦੇਣਾ। ਇਹਨਾਂ ਨੇ ਬੁਲਾਇਆ ਕਿਹਨਾਂ ਨੂੰ ਸੀ? ਜਿਨ੍ਹਾਂ ਨੇ ਐਨਟੀਟੀ ਨਹੀਂ ਕੀਤੀ ਨਾ ਐਨਟੀਟੀ, ਉਹਨਾਂ ਨੂੰ ਬੁਲਾਇਆ ਸੀ। ਆਜੋ ਤੁਹਾਨੂੰ ਸਿੱਧਾ ਮਰਜ ਕਰਾਉਨੇ ਆ। ਅੱਜ ਉਹ ਗੱਲ ਕਿੱਥੇ ਗਈ? ਖੂਹ 'ਚ ਗਈ। ਉਹ ਸਾਥੀ ਕਿੱਥੇ ਗਏ? ਖੂਹ 'ਚ ਸਿੱਟੇ ਇਹਨਾਂ ਨੇ। ਤੇ ਦੂਜੀ ਗੱਲ, ਜਿਹੜੇ ਐਨਟੀਟੀ 'ਚ ਕਲੀਅਰ ਨਹੀਂ ਤੇ ਐਨਟੀਟੀ 'ਚ ਰੀਪੇਅਰ ਤੀ, ਉਹਨਾਂ ਨੂੰ ਬੁਲਾਇਆ, ਆਓ ਜੀ ਤੁਹਾਨੂੰ ਸਿੱਧਾ ਮਰਜ ਕਰਾਉਨੇ ਆ ਈਟੀਟੀ ਐਨਟੀਟੀ ਦੀ ਪੋਸਟ ਤੇ, ਕਿਸੇ ਨੂੰ ਈਟੀਟੀ ਦੀ ਪੋਸਟ ਤੇ। ਕਿੱਥੇ ਗਏ? ਖੂਹ 'ਚ ਗਏ। ਉਹ ਕੇਡਰ ਨੂੰ ਕਿੱਥੇ ਸੁੱਟਿਆ? ਖੂਹ 'ਚ ਸੁੱਟਿਆ। ਇੱਕ ਲਾਈਨ ਵੀ ਉਹਨਾਂ ਲਈ ਨਹੀਂ ਕਹੀ ਇਸ ਪੰਜ ਪੀਰਾਂ ਨੇ। ਆ ਜਿਹੜੇ ਤੁਹਾਡੇ ਧਰਨੇ ਤੇ ਬਿਠਾਲੇ ਆ ਪੰਜ ਪੀਰ, ਇਹਨਾਂ ਨੇ ਇੱਕ ਵੀ ਲਾਈਨ ਨਹੀਂ ਕਹੀ ਹੈਗੀ ਉਹਨਾਂ ਸਾਥੀਆਂ ਦੇ ਲਈ। ਤੇ ਤੀਜਾ ਕੇਡਰ ਉਹ ਸੀਗਾ 3807 ਵਾਲਾ, ਜਿਨ੍ਹਾਂ ਨੂੰ ਕਹਿੰਦੇ ਸੀ ਤੁਹਾਨੂੰ ਈਟੀਟੀ ਦੀ ਪੋਸਟ ਤੇ, ਜੇ ਈਟੀਟੀ ਹੈ ਤਾਂ ਈਟੀਟੀ ਪੋਸਟ ਤੇ ਲਵਾਵਾਂਗੇ, ਬੀਐਡ ਦੀ ਪੋਸਟ ਤੇ ਲਵਾਵਾਂਗੇ। ਬੀਐਡ ਦੀ ਪੋਸਟ ਤੇ ਸਾਰੇ ਤੁਸੀਂ ਐਸਐਸਟੀ ਪੰਜਾਬੀ ਹੋ। ਐਸਐਸਟੀ ਪੰਜਾਬੀ ਟੀਚਰ ਦੀ ਪੋਸਟ ਕੋਈ ਭਰਤੀ ਹੋ ਹੀ ਨਹੀਂ ਰਹੀ, ਕੋਈ ਪੋਸਟ ਖਾਲੀ ਨਹੀਂ। ਲਵਾਉਣਾ ਤੁਹਾਨੂੰ ਕਿੱਥੇ ਸੀਗਾ ਇਹਨਾਂ ਨੇ? ਉਹ ਬੰਦੇ ਕਿੱਥੇ ਗਏ? ਖੂਹ 'ਚ ਗਏ। ਤੁਸੀਂ ਸ਼ਰਮੋ ਸ਼ਰਮੀ ਕਿੰਨੇ ਲੋਕ ਗਏ ਆ ਉੱਥੇ। ਔਰ ਜਿਹੜੇ ਬੰਦੇ ਐਨਟੀਟੀ ਕਲੀਅਰ ਸੀਗੇ, ਉਹਨਾਂ ਦਾ ਤਾਂ ਪੇਪਰ ਵੈਸੇ ਹੀ ਹੋ ਰਿਹਾ ਸੀਗਾ। ਕੇਡਰ ਦੇ ਵਿੱਚ ਪੋਸਟਾਂ ਬਹੁਤ ਸੀਗੀਆਂ। ਤੁਸੀਂ 23 ਕਹਿੰਦੇ ਹੋ ਅਸੀਂ ਪਹਿਲਾਂ ਸਿਲੈਕਟ ਨਹੀਂ ਹੋਏ, ਇੱਥੇ ਸਿਲੈਕਟ ਨਹੀਂ ਹੋਏ, ਉੱਥੇ ਸਿਲੈਕਟ ਨਹੀਂ ਹੋਏ। 23-64 ਦੀਆਂ ਭਰਤੀ ਦੇ ਵਿੱਚ ਕਿੰਨੇ ਬੰਦੇ ਸਿਲੈਕਟ ਹੋਏ ਤੁਹਾਡੇ? ਕੀ ਤੁਹਾਨੂੰ ਆਪਣੇ ਆਪ ਤੇ ਕੌਨਫੀਡੈਂਸ ਨਹੀਂ ਸੀ ਕਿ ਤੁਸੀਂ ਟੈਸਟ ਲੜ ਨਹੀਂ ਸੀ ਸਕਦੇ? ਲੜ ਸਕਦੇ ਸੀ। ਪੋਸਟਾਂ ਬਹੁਤ ਸੀਗੀਆਂ, ਇਕੱਲੇ ਇਕੱਲੇ ਦਾ ਹੱਲ ਹੁੰਦਾ। ਜਿਹੜਾ ਬੰਦਾ ਕਹਿੰਦਾ ਮੈਂ 10 ਨੰਬਰ ਵੀ ਨਹੀਂ ਲੈ ਸਕਦਾ, 20 ਨੰਬਰ ਵੀ ਨਹੀਂ ਲੈ ਸਕਦਾ, 30 ਨੰਬਰ ਵੀ ਨਹੀਂ ਲੈ ਸਕਦਾ, ਤਾਂ ਸੱਚ ਜਾਣਿਓ ਉਹ ਟੀਚਰ ਲੱਗਣ ਦੇ ਲਾਇਕ ਹੀ ਨਹੀਂ ਹੈਗਾ। ਮੈਂ ਨਹੀਂ ਮੰਨਦੀ ਕਿ ਇੱਕ ਬੰਦਾ ਜਿਹੜਾ, ਅਸੀਂ ਈਟੀਟੀ ਦਾ ਪੇਪਰ ਦਿੱਤਾ ਆ, ਬਹੁਤੇ ਬੰਦਿਆਂ ਨੇ ਬਿਨਾਂ ਤਿਆਰੀ ਤੋਂ ਦਿੱਤਾ, 50-50 ਨੰਬਰ ਖਿੱਚ ਗਏ ਆ ਬਿਨਾਂ ਤਿਆਰੀ ਤੋਂ। ਤੇ ਜੇ ਤੁਸੀਂ ਤਿਆਰੀ ਕਰਕੇ ਪੇਪਰ ਦਿੰਦੇ, ਕੀ ਤੁਸੀਂ ਮੈਰਿਟ 'ਚ ਨਾ ਆਉਂਦੇ? ਜੇ ਤੁਸੀਂ 30 ਨੰਬਰ ਵੀ ਨਹੀਂ ਲੈ ਸਕਦੇ, ਡੁੱਬ ਕੇ ਮਰ ਜਾਣਾ ਚਾਹੀਦਾ। ਤੁਸੀਂ ਟੀਚਰ ਲੱਗਣ ਦੇ ਹੱਕਦਾਰ ਨਹੀਂ ਹੈਗੇ। ਮੈਂ ਹਿੱਕ ਠੋਕ ਕੇ ਕਹਿੰਦੀ ਹਾਂ ਵੀ ਤੁਸੀਂ ਟੀਚਰ ਲੱਗਣ ਦੇ ਹੱਕਦਾਰ ਹੈ ਨਹੀਂ ਹੈ। ਸਾਰੇ ਕੇਡਰ ਦੇ ਵਿੱਚੋਂ ਈਟੀਟੀ ਪਾਸ ਜਿਹੜੇ ਸੀਗੇ, ਐਨਟੀਟੀ ਪਾਸ ਸੀਗੇ ਜਿਹੜੇ ਸਾਥੀ, ਉਹ ਐਨਟੀਟੀ ਪਾਸ ਸਾਥੀ ਪੇਪਰ ਪਹਿਲਾਂ ਵੀ ਹੋਣਾ ਸੀ, ਪੇਪਰ ਹੁਣ ਵੀ ਹੋਣਾ ਏ। ਤੇ ਜਿਹੜੇ ਸਾਥੀ ਰਹਿੰਦੇ ਸੀਗੇ ਉਹਨਾਂ ਲਈ ਪੋਸਟਾਂ ਦੁਬਾਰਾ ਆਉਣੀਆਂ ਸੀ, ਉਹੀ ਦੁਬਾਰਾ ਪੋਸਟਾਂ ਆ ਰਹੀਆਂ ਏ। ਜਿਹੜੇ ਸਾਥੀ ਐਨਟੀਟੀ ਕਲੀਅਰ ਨਹੀਂ ਹੈਗੇ, ਨਾ ਉਹਨਾਂ ਵਾਸਤੇ ਤਨਖਾਹ 2000 ਅਸੀਂ ਵਧਵਾ ਰਹੇ ਸੀਗੇ, ਗੱਲ ਕੀਤੀ ਸੀ। ਤੁਹਾਡੇ ਧਰਨੇ ਦੇ ਵਿੱਚੋਂ ਇੱਕ ਵੀ ਬਿਆਨ ਨਹੀਂ ਆਇਆ ਵੀ ਤੁਸੀਂ ਕਿੰਨੀ ਤਨਖਾਹ ਵਧਾ ਰਹੇ ਹੋ, ਕਿਉਂਕਿ ਉਹ ਤੁਹਾਡੇ ਤਨਖਾਹ ਦੇ ਲਈ ਨਹੀਂ ਖੜੇ। ਉਹ ਸਿਰਫ ਤੇ ਸਿਰਫ ਆਪਣੀ ਈਗੋ ਲਈ ਖੜੇ ਸੀਗੇ, ਸਿਰਫ ਤੇ ਸਿਰਫ ਆਪਣੀ ਹਉਮੈ ਲਈ ਖੜੇ ਸੀਗੇ ਤੇ ਕ੍ਰੈਡਿਟ ਲਈ ਖੜੇ ਸੀਗੇ। ਅੱਜ ਅਸੀਂ ਹਿੱਕ ਠੋਕ ਕੇ ਸਾਰਿਆਂ ਨੂੰ ਇਹੀ ਕਹਿੰਦੇ ਆ ਵੀ ਭਾਈ ਹੁਣ ਤੁਹਾਨੂੰ ਜੇ ਜਿਨ੍ਹਾਂ ਪਰ ਵਿਸ਼ਵਾਸ ਸੀਗਾ, ਧਰਨੇ ਵਾਲਿਆਂ ਤੇ ਵਿਸ਼ਵਾਸ ਸੀਗਾ, ਤਾਂ ਹੁਣ ਵਿਸ਼ਵਾਸ ਬਣਾਈ ਰੱਖਿਓ, ਪਰ ਜਵਾਬ ਜ਼ਰੂਰ ਮੰਗ ਲਿਓ ਵੀ ਜਿਹੜੇ ਬੰਦਿਆਂ ਨੂੰ ਬੁਲਾਇਆ ਸੀਗਾ ਵੀ ਜੇ ਤੁਹਾਡੀ ਐਨਟੀਟੀ ਕਲੀਅਰ ਨਹੀਂ ਤਾਂ ਕੀ ਕਰਾਤੀ ਉਹਨਾਂ ਨੇ ਕਲੀਅਰ? ਜਿਹੜੇ ਬੰਦਿਆਂ ਨੂੰ ਬੁਲਾਇਆ ਸੀਗਾ ਤੁਸੀਂ ਐਨਟੀਟੀ ਨਹੀਂ ਕੀਤੀ ਤਾਂ ਤੁਹਾਨੂੰ ਸਿੱਧੇ ਮਰਜ ਕਰਾਵਾਂਗੇ, ਕਰਾਇਆ ਉਹਨਾਂ ਨੂੰ ਮਰਜ? ਜਿਹੜੇ ਬੰਦਿਆਂ ਨੂੰ ਕਹਿੰਦੇ ਸੀ ਪੇਪਰ ਨਹੀਂ ਦੇਣਾ ਪੈਣਾ, ਕੋਈ ਗੱਲ ਨਹੀਂ, ਜੇ ਮੈਰਿਟ 'ਚ ਨਹੀਂ ਆਉਂਦੇ ਤੁਸੀਂ ਪੇਪਰ ਵੀ ਨਹੀਂ ਦੇਣਾ, ਕੀ ਉਹਨਾਂ ਦਾ ਪੇਪਰ ਹਟਾਇਆ ਉਹਨਾਂ ਨੇ? ਜਿੱਥੋਂ ਚੱਲੇ ਸੀ ਪੇਪਰ ਤੋਂ, ਪੇਪਰ ਦੇ ਉੱਤੇ ਆ ਗਏ ਆ। ਤੁਹਾਨੂੰ ਯੂਜ਼ ਕੀਤਾ ਗਿਆ ਏ। ਤੇ ਅੱਜ ਮੈਂ ਸਾਫ਼ ਕਹਿ ਦਿੰਦੀ ਆ, 5 ਪ੍ਰਧਾਨਾਂ ਦੇ ਫੈਸਲੇ ਤੋਂ ਬਾਅਦ ਤੁਸੀਂ ਸਾਰੀ ਉਮਰ ਰਹੋਗੇ ਅੱਖਾਂ 'ਚ ਘਸੁੰਨ ਦੇ ਦੇ ਕੇ। ਔਰ ਉਸ ਤੋਂ ਬਾਅਦ ਇਹ ਪੰਜੇ ਪ੍ਰਧਾਨ ਨਹੀਂ ਹੈ, ਇਹ ਪੰਜੇ ਪੀਰ ਇਕੱਲੇ ਜ਼ਿੰਮੇਵਾਰ ਨਹੀਂ ਹੋਣਗੇ। ਜਿਹੜਾ ਭੇਡਾਂ ਦੇ ਬੱਗ ਵਾਂਗੂ ਤੁਸੀਂ ਤੁਰੇ ਹੋ, ਕੱਲਾ ਕੱਲਾ ਕੇਡਰ ਦਾ ਕੱਲਾ ਕੱਲਾ ਜੀ ਜਿਹੜਾ ਤੁਰਿਆ ਏ, ਉਹ ਵੀ ਉਨਾ ਹੀ ਕਸੂਰਵਾਰ ਹੈ। ਤੁਸੀਂ ਆਪਣਾ ਦਿਮਾਗ ਨਹੀਂ ਯੂਜ਼ ਕੀਤਾ। ਤੁਸੀਂ
ਆਪਣੇ ਕਿਸੇ ਭੈਣ ਭਾਈ ਦੀ ਸਲਾਹ ਨਹੀਂ ਮੰਨੀ। ਅਸੀਂ ਹੱਥ ਬੰਨ੍ਹ ਕੇ ਬੇਨਤੀ ਕਰਦੇ ਆਂ, ਕਿਉਂਕਿ ਅਸੀਂ ਇੱਕੋ ਰਸੇ ਨਾਲ ਬੰਨੇ ਆ। ਜੇ ਹੱਲ ਹੋਣਾ ਸੀ ਸਾਡਾ ਤਾਂ ਤੁਹਾਡਾ ਵੀ ਹੋਣਾ ਸੀਗਾ। ਅੱਜ ਜੇ ਤੁਹਾਡਾ ਹੋਣਾ ਤਾਂ ਸਾਡਾ ਵੀ ਹੋਣਾ ਏ। ਅਸੀਂ ਇੱਕੋ ਰਸੇ ਨਾਲ ਵੱਜੇ ਆ। ਜਿਹੜੇ ਖੂਹ 'ਚ ਹੁਣ ਤੁਸੀਂ ਗਿਰਨ ਲੱਗੇ ਆ, ਸਾਨੂੰ ਵੀ ਗਿਰਨਾ ਪੈਣਾ ਏ। ਪਰ ਸਾਰੀ ਉਮਰ ਬਦਦੁਆਵਾਂ ਦੇਵਾਂਗੇ ਤੁਹਾਨੂੰ, ਕਿਉਂਕਿ ਇਹ ਕੰਮ ਜੇ ਸਿਰੇ ਨਾ ਚੜਿਆ। ਪਰ ਜੇ ਚੜ ਗਿਆ ਸਿਰੇ, ਅਸੀਂ ਆਪ ਆ ਕੇ ਪ੍ਰਧਾਨਾਂ ਦੇ ਹਾਰ ਪਾਉਣ ਨੂੰ ਤਿਆਰ ਹਾਂ। ਜੇ ਹੁਣ ਵੀ ਉਹ ਕਹਿ ਦੇਣ, ਉਹ ਗਰੰਟੀ ਲੈ ਲੈਣ ਵੀ ਹਾਂ ਇਹਦੇ ਪਰ ਕੋਈ ਰਿਟ ਨਹੀਂ ਹੋਊਗੀ, ਇਹਦੇ ਪਰ ਕੋਈ ਬਾਲ ਵਿੰਗਾ ਨਹੀਂ ਹੋਊਗਾ ਭਰਤੀ ਤੇ, ਸਿੱਧੇ ਸਾਨੂੰ ਭਰਤੀ ਦੇ ਵਿੱਚ ਇਹ ਲਗਵਾਉਣਗੇ ਸਾਰਿਆਂ ਨੂੰ। ਠੀਕ ਹੈ ਜੀ, ਅਸੀਂ ਗਰੰਟੀ ਚੱਕੀ ਦੀ। ਅੱਜ ਇਹ ਗਰੰਟੀ ਚੱਕਣ ਦੀ ਵਾਰੀ ਇਹਨਾਂ ਦੀ ਹੈ। ਜੇ ਇਹ ਨਹੀਂ ਚੱਕ ਸਕਦੇ, ਬੇਸ਼ਰਮ ਹੋਣਗੇ ਫਿਰ ਸਿਰੇ ਦੇ। ਤੇ ਕਾਡਰ ਦਾ ਵੀ ਕਸੂਰ ਓਨਾ ਹੀ ਹੋਊਗਾ। ਕਾਡਰ ਦਾ ਮੈਂ ਨਹੀਂ ਕਹਿੰਦੀ ਵੀ ਕਾਡਰ, ਜਦੋਂ ਤੁਹਾਨੂੰ ਥਾਲੀ ਦੇ ਬੈਂਗਣ ਦੱਸਦੀ ਆ ਅਗਲੀ, ਤੁਹਾਡੇ ਸਾਹਮਣੇ ਬੈਠ ਕੇ ਤੁਹਾਨੂੰ ਥਾਲੀ ਦੇ ਬੈਂਗਣ ਕਹਿ ਸਕਦੀ ਹੈ, ਤਾਂ ਕੀ ਅਸੀਂ ਕਸੂਰਵਾਰ ਨਹੀਂ ਕਹਿ ਸਕਦੇ ਤੁਹਾਨੂੰ? ਤੁਸੀਂ ਉਹਨਾਂ ਦਾ ਰੱਜ ਕੇ ਸਾਥ ਦਿੱਤਾ ਆ। ਇਹਨਾਂ ਗੱਲਾਂ ਨੂੰ ਇੱਕ ਵਾਰੀ ਫੇਰ ਸੋਚਿਓ। ਪਤਾ ਸੀ ਕੌੜੀਆਂ ਚੁਭਣਗੀਆਂ ਨਾ। ਹਰਪ੍ਰੀਤ ਪ੍ਰੀਤਮਾਨ ਫਤਿਹਗੜ੍ਹ ਸਾਹਿਬ ਤੋਂ, ਮੈਂ ਦੁਬਾਰਾ ਫੇਰ ਦੱਸ ਦਿੰਨੀ ਹੈ, ਨੰਬਰ ਤੁਹਾਨੂੰ ਮਿਲ ਜੂਗਾ, ਜਿੱਦੋਂ ਮਰਜ਼ੀ ਲੈ ਲਿਓ, ਕਾਲ ਜ਼ਰੂਰ ਕਰ ਲਿਓ ਜਿਹਨੂੰ ਜ਼ਿਆਦਾ ਤਕਲੀਫ ਹੋਈ, ਜਿਹਨੂੰ ਜ਼ਿਆਦਾ ਕੌੜੀਆਂ ਲੱਗੀਆਂ ਗੱਲਾਂ। ਧੰਨਵਾਦ ਹੈ ਜੀ। ਹਾਂਜੀ, ਬਹੁਤ ਹੀ ਸਤਿਕਾਰਯੋਗ ਅਧਿਆਪਕ ਸਾਥੀਓ, ਸਭ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰਿਆਂ ਦਾ ਸਤਿਕਾਰ ਕਰਦੇ ਹਾਂ ਜੀ ਅਸੀਂ। ਚਲੋ ਅੱਜ ਇੱਕ ਆਡੀਓ ਪਈ ਹੈਗੀ, ਕਲਿੱਪ ਪਿਆ। ਉਹ ਮੇਰੀ ਭੈਣ ਕਹਿੰਦਾ ਬਹੁਤ ਕੁਛ ਬੋਲ ਰਹੀ ਹੈ ਵੀ ਤੁਹਾਡੀ ਮੰਗ ਨਹੀਂ ਸਹੀ, ਜਾਂ ਇੱਦਾਂ ਨਹੀਂ ਸਹੀ, ਜਾਂ ਉੱਦਾਂ ਨਹੀਂ ਸਹੀ, ਵੀ ਜਾਂ ਇਹ ਕਹਿੰਦੇ ਸੀ ਅਸੀਂ ਵੀ ਟੈਸਟ ਦੇ ਕੇ ਤੁਹਾਨੂੰ ਅਸੀਂ ਜੁਆਇਨ ਕਰਵਾਉਣਾ ਚਾਹੁੰਦੇ ਸੀਗੇ। ਤਾਂ ਫਿਰ ਜੁਆਇਨ ਭੈਣ ਜੀ ਹੁਣ ਤੱਕ ਕਰਵਾਇਆ ਕਿਉਂ ਨਹੀਂ ਕਿਸੇ ਨੂੰ? 2364 ਪੋਸਟਾਂ ਨਿਕਲੀਆਂ, ਉਹਦੇ ਵਿੱਚ ਆਪਣੇ ਕਿੰਨੇ ਬੰਦੇ ਨਿਕਲ ਗਏ, ਉਹਨਾਂ ਦਾ ਸਵਾਲ ਦਾ ਜਵਾਬ ਦਿਓ। ਉਸ ਤੋਂ ਬਾਅਦ 3807 ਦਾ ਪੇਪਰ ਹੋਇਆ ਸੀਗਾ, ਉਹਦੇ ਵਿੱਚ ਕਿੰਨੇ ਸਾਥੀ ਨਿਕਲ ਗਏ, ਉਹਦਾ ਵੀ ਜਵਾਬ ਦਿਓ। ਨੰਬਰ ਦੂਜੇ 'ਤੇ ਤੁਸੀਂ ਸਾਨੂੰ ਕਹਿੰਦਾ ਗੁੰਮਰਾਹ ਕਰਕੇ ਵੀ ਆਹ 8393 ਪੋਸਟਾਂ ਨਿਕਲੀਆਂ ਸੀਗੇ, ਇਹਦੇ ਵਿੱਚ ਤੁਸੀਂ ਕਿਵੇਂ ਸ਼ਿਓਰ ਹੋ ਵੀ 100% ਆਪਣਾ ਜਿਹੜਾ ਹੈ ਕੇਡਰ, ਜਿਹੜਾ ਤੁਸੀਂ ਕਹਿੰਦੇ ਹੋ ਵੀ ਹਾਂ ਜੀ ਉੱਥੇ ਭੀੜ ਮੰਨ ਕੇ ਚਲੇ ਜਾਂਦੇ ਆ, ਤੁਸੀਂ ਉਹਨਾਂ ਦੀ ਗਰੰਟੀ ਲੈ ਸਕਦੇ ਹੋ ਵੀ ਹਾਂ ਜੀ ਹਾਂ 100 ਦਾ 100% ਹੀ ਉਹ ਪੋਸਟਾਂ ਦੇ ਵਿੱਚ ਪਾਸ ਹੋ ਕੇ ਵੀ ਉਹ ਪੋਸਟਾਂ ਜੁਆਇਨ ਕਰਨਗੇ? ਤੁਸੀਂ ਲੋਕਾਂ ਨੂੰ ਕਹਿ ਰਹੇ ਹੋ 10 ਨੰਬਰ ਲੈ ਸਕਦਾ ਕੋਈ, ਕੋਈ 20 ਨੰਬਰ ਲੈ ਸਕਦਾ। ਕਿਉਂ ਐਨਟੀਟੀ ਤੁਸੀਂ ਚਲੋ ਪਾਸ ਕਰ ਲਈ, ਠੀਕ ਹੈ, ਚਲੋ ਅਸੀਂ ਵੀ ਪਾਸ ਕੀਤੀ ਹੈ, ਸਾਰੇ ਪਾਸ ਆ ਗਏ। ਕਿਉਂ ਐਨਟੀਟੀ ਕੀ IAS ਦੀ ਡਿਗਰੀ ਹੈ ਜਿਹਨੂੰ ਤੁਸੀਂ ਕਹਿ ਰਹੇ ਹੋ ਕਿ ਆਪਾਂ ਉਹਦੇ ਨਾਲ ਵੀ ਮਤਲਬ ਲੱਗ ਜਾਣਾ ਸੀਗਾ? ਕਿਉਂ DC ਲੱਗਣਾ ਆਪਾਂ ਨੇ ਉਹ ਪੋਸਟ ਦੇ ਉੱਪਰ? NTT ਹੈ, ਨਰਸਰੀ ਟੀਚਰ ਟ੍ਰੇਨਿੰਗ ਹੈ, ਓਨਲੀ NTT ਟੀਚਰ ਲੱਗਣਾ ਹੈ, ਨਾ ਕਿ IAS ਕ੍ਰਿਸ਼ਨ ਕੁਮਾਰ ਜਾਂ ਕੋਈ ਹੋਰ ਵੱਡੀ ਪੋਸਟ 'ਤੇ। ਕਿੱਡੀ ਕੁ ਪੋਸਟ ਹੈ ਇਹ? ਕਿਹਦੇ ਪਿੱਛੇ ਤੁਸੀਂ ਲੜ ਰਹੇ ਹੋ? ਕਿਸ ਬੇਸ 'ਤੇ ਤੁਸੀਂ ਗੱਲ ਕਰ ਰਹੇ ਹੋ? ਥੋੜ੍ਹਾ ਜਿਹਾ ਦੇਖ ਕੇ ਤਾਂ ਬੋਲੋ ਭੈਣ ਜੀ। ਅਸੀਂ ਤੁਹਾਡਾ ਸਤਿਕਾਰ ਕਰਦੇ ਹਾਂ, ਅਸੀਂ ਵਿਦ ਨੇਮ ਨਹੀਂ ਗੱਲ ਕਰਦੇ ਤੁਹਾਡੇ ਵਾਂਗੂ। ਜਿਵੇਂ ਪਿੱਛੇ ਜੇ ਟਾਈਮ ਗੱਲ ਮੈਂ ਦੇਖੀ ਹੈ, ਮੇਰਾ ਨਾਮ ਲੈ ਕੇ ਕੁਝ ਹੋਰ ਬੰਦਿਆਂ ਦਾ ਨਾਮ ਲੈ ਕੇ ਸਾਡਾ ਨਾਮ ਮਿਸਯੂਜ਼ ਕੀਤਾ ਗਿਆ। ਅਸੀਂ ਤੁਹਾਨੂੰ ਫਿਰ ਵੀ ਨਹੀਂ ਕੁਛ ਗਲਤ ਬੋਲਦੇ ਹੈਗੇ, ਅਸੀਂ ਤੁਹਾਡਾ ਸਤਿਕਾਰ ਕਰਦੇ ਹਾਂ। ਸੋ ਸਾਥੀਓ, ਗੱਲ ਇਹ ਹੈ, ਮੁੱਕਦੀ ਗੱਲ ਇਹ ਹੈ, ਜੇ ਸਾਥ ਨਹੀਂ ਦੇ ਸਕਦੇ, ਘੱਟੋ ਘੱਟ ਕਿਸੇ ਦੇ ਖਿਲਾਫ ਨੈਗੇਟਿਵ ਨਾ ਬੋਲੋ ਜੀ। ਜੇ ਸਾਥ ਦੇ ਸਕਦੇ ਹੋ ਚਲੋ ਠੀਕ ਹੈ, ਤੁਸੀਂ ਗੱਲ ਕਹੀਏ ਵੀ ਹਾਂ ਜੀ ਪੇਪਰ ਕੈਂਸਲ ਹੋ ਗਿਆ, ਪੇਪਰ ਦੇ ਕੇ ਕਿਹੜਾ ਆਪਾਂ DC ਲੱਗ ਜਾਣਾ ਸੀਗਾ? ਲੱਗਣ ਤਾਂ NTT ਮਾਸਟਰ ਹੀ ਸੀਗਾ। ਉਹਦੇ ਨਾਲੋਂ ਤਾਂ ਵਧੀਆ ਆਪਾਂ ਹੁਣ ਵੀ ਲੱਗੇ ਹੋਏ ਹਾਂ। AC ਉੱਪਰ ਤਨਖਾਹ ਪੂਰੀ ਕਰਵਾ ਲਓ ਜਾਂ ਕੋਈ ਇਸ ਤਰ੍ਹਾਂ ਦਾ ਕੰਮ ਕਰ ਲਓ। 4.5 5 ਸਾਲ ਤੁਹਾਨੂੰ ਅਸੀਂ ਉਹ ਮੂਹਰੇ ਲਾਇਆ ਸੀਗਾ। ਭੈਣ ਜੀ ਯਾਦ ਕਰੋ, ਜਿਹੜੇ HT CST ਲੱਗੇ ਨੇ ਉਹ ਵੀ ਆਪਾਂ ਮੂਹਰੇ ਲਾਏ ਸੀਗੇ। ਜਿਹੜੇ ਆ ਸਾਥੀ ਬੋਲ ਰਹੇ ਨੇ ਤੁਹਾਡੇ ਨਾਲ, 'ਚ ਮੈਂ ਨਾਂ ਨਹੀਂ ਲੈਂਦਾ ਕਿਸੇ ਦਾ ਵੀ, ਜੋ ਵੀ ਤੁਹਾਡਾ ਸਪੋਰਟ ਦੇ ਵਿੱਚ ਗੱਲ, ਜਿਨ੍ਹਾਂ ਦੀ ਸਪੋਰਟ ਦੇ ਵਿੱਚ ਤੁਸੀਂ ਬੋਲ ਰਹੇ ਹੋ, ਉਹ ਵੀ ਆਪਾਂ ਹੀ ਮੂਹਰੇ ਲਾਏ ਸੀਗੇ। ਸ਼ਾਇਦ ਯਾਦ ਕਰੋ, ਤੁਹਾਡੇ ਵੇਲਾ ਯਾਦ ਨਹੀਂ ਹੈਗਾ, ਅੱਜ ਤੋਂ 4 ਸਾਲ ਪਹਿਲਾਂ ਦੀ ਗੱਲ ਹੈ। ਇਹਦੇ ਵਾਸਤੇ ਸਭ ਤੋਂ ਵੱਧ ਮਿਹਨਤ ਸੰਗਰੂਰ ਜ਼ਿਲ੍ਹੇ ਵੱਲੋਂ ਅਸੀਂ ਨੇ ਕੀਤੀ ਸੀਗੀ। ਠੀਕ ਹੈ, ਤੁਸੀਂ ਹੁਣ ਕਿਹੋ ਜਿਹੀਆਂ ਗੱਲਾਂ ਕਰੀ ਜਾਂਦੇ ਹੋ? ਹੋਰ ਤਰ੍ਹਾਂ ਦੀਆਂ ਗੱਲਾਂ ਤੋਰੀ ਜਾਂਦੇ ਹੋ। ਕਿਸੇ ਦੀ ਸ਼ਾਨ ਦੇ ਖਿਲਾਫ ਤੁਸੀਂ ਕਿਉਂ ਬੋਲ ਰਹੇ ਹੋ? ਜੇ ਕਿਸੇ ਨੇ ਧਰਨਾ ਲਾਇਆ, ਤੁਹਾਡਾ ਕੀ ਜ਼ੋਰ ਲੱਗਦਾ ਹੈ? ਕੋਈ ਤੁਹਾਨੂੰ ਕੁਛ ਗਲਤ ਬੋਲ ਰਿਹਾ ਕੋਈ? ਤੁਹਾਨੂੰ ਕੁਛ ਕਹਿ ਰਿਹਾ ਕੋਈ? ਜੇ ਧਰਨਾ ਲੱਗਿਆ ਉੱਥੇ ਸਮੂਹ ਕੇਡਰ ਦੇ ਸਹਿਯੋਗ ਨਾਲ ਲੱਗਿਆ ਹੋਇਆ,
ਤੁਹਾਨੂੰ ਕੁਝ ਗਲਤ ਬੋਲ ਰਿਹਾ ਕੋਈ, ਉਹੀ ਚਾਬੀ ਦੇ ਕੇ ਮੈਨੂੰ ਛੱਡਿਆ ਹੁੰਦਾ, ਉਹੀ ਬੋਲੀ ਜਾਂਦੇ ਹੋ ਤੁਸੀਂ ਬਿਨਾਂ ਮਤਲਬ ਤੋਂ। ਗੱਲ ਹੈ ਕੋਈ ਗੱਲ ਕਰਨ ਵਾਲੀ ਇਹ? ਤੁਸੀਂ ਆਪਣੇ ਮਤਲਬ ਦੀ ਗੱਲ ਕਰੋ। ਠੀਕ ਹੈ ਤੁਹਾਡਾ ਪੇਪਰ ਕੈਂਸਲ ਹੋਊਗਾ, ਤੁਸੀਂ ਤਿਆਰੀ ਕੀਤੀ ਹੋਣੀ ਹੈ, ਠੀਕ ਹੈ, ਫਿਰ ਇੰਨਾ ਇੱਕ ਗੱਲ ਦੀ ਗਰੰਟੀ ਦਿਓ, ਜੇ ਕੱਲ ਨੂੰ ਕੋਈ ਪੋਜ਼ਿਟਿਵ ਰਿਸਪੌਂਸ ਮਿਲਦਾ ਹੈ, ਮੈਂ ਤਾਂ ਪਰਮਾਤਮਾ ਅੱਗੇ ਅਰਦਾਸ ਕਰੂੰਗਾ ਸਭ ਤੋਂ ਪਹਿਲਾਂ ਤੁਹਾਡਾ ਨੰਬਰ ਲੱਗੇ ਜੀ, ਠੀਕ ਹੈ। ਪਰ ਗੱਲ ਇਹ ਹੈ, ਜੇ ਕੱਲ ਨੂੰ ਅਸੀਂ ਕੋਈ ਲੜ ਕੇ ਸਰਕਾਰ ਦੇ ਨਾਲ ਉੱਥੇ ਰੋਜ਼ ਡਾਂਗਾ ਖਾਂਦੇ ਆ, ਰੋਜ਼ ਬੇਇੱਜ਼ਤੀ ਕਰਵਾਉਂਦੇ ਆ, ਅਗਰ ਕੱਲ ਨੂੰ ਕੋਈ ਪੋਜ਼ਿਟਿਵ ਰਿਸਪੌਂਸ ਨਿਕਲਦਾ ਅਸੀਂ ਕੱਢ ਕੇ ਲਿਆਉਂਦੇ ਆ, ਤਾਂ ਤੁਸੀਂ ਉਹਨੂੰ ਅਸੈਪਟ ਨਹੀਂ ਕਰੋਗੇ? ਇੱਕ ਗੱਲ ਦਾ ਜਵਾਬ ਮੈਨੂੰ ਦਿਓ, ਜੇ ਪਹਿਲਾਂ ਇਹ ਕੰਮ ਹੋਇਆ ਹੁੰਦਾ, ਜੇ ਪਹਿਲਾਂ ਇਹ ਗੱਲ ਤਾਲਮੇਲ ਕਮੇਟੀ ਜਾਂ ਤੁਹਾਡੀ, ਮੈਂ ਵੀ ਤੁਹਾਡੇ ਨਾਲ ਸੀ ਸੌਰੀ, ਚਲੋ ਮੈਂ ਵੀ ਮੀਟਿੰਗ ਵਿੱਚ ਜਾਂਦਾ ਸੀਗਾ, ਜੇ ਇਸ ਤਰ੍ਹਾਂ ਦੀ ਗੱਲ ਪਹਿਲਾਂ ਪਈ ਹੁੰਦੀ ਤਾਂ ਉੱਥੇ ਧਰਨਾ ਕਿਉਂ ਲੱਗਦਾ? ਤੁਸੀਂ ਸਮਝਦੇ ਕਿਉਂ ਨਹੀਂ? ਕਿਉਂ ਪੁੱਠੇ ਪਾਸੇ ਲੈ ਕੇ ਜਾਂਦੇ ਹੋ? ਤੁਹਾਨੂੰ ਸਤਿਕਾਰਯੋਗ ਕਹਿੰਦੇ ਆ ਅਸੀਂ, ਤੁਹਾਡੇ ਸਤਿਕਾਰਯੋਗ ਤੁਸੀਂ ਸਾਡੇ, ਇਸ ਕਰਕੇ ਨੈਗੇਟਿਵ ਨਾ ਬੋਲਿਆ ਕਰੋ, ਕਿਸੇ ਦੀ ਸ਼ਾਨ ਦੇ ਖਿਲਾਫ ਨਾ ਬੋਲੋ। ਸਾਡੇ ਮੈਂ ਤਾਂ ਇੰਨਾ ਵੀ ਟੋਲਰੇਟ ਕਰ ਲਿਆ, ਕੁਝ ਬੰਦਿਆਂ ਨੇ, ਚਲੋ ਮੈਂ ਨਾਂ ਨਹੀਂ ਲੈਂਦਾ ਕਿਸੇ ਦਾ, ਕੁਝ ਬੰਦਿਆਂ ਨੇ ਨਾਂ ਮੇਰਾ ਵੀ ਯੂਜ਼ ਕੀਤਾ, ਕੁਝ ਹੋਰ ਸਾਥੀਆਂ ਦਾ ਨਾਮ ਵੀ ਯੂਜ਼ ਕੀਤਾ। ਹੁਣ ਤੁਸੀਂ ਵੀ ਉਸ ਤਰ੍ਹਾਂ ਦੇ ਕੰਮ ਤੇ ਤੁਰ ਪਏ ਹੋ, ਫਿਰ ਜੇ ਅਸੀਂ ਇਸ ਤਰ੍ਹਾਂ ਦੇ ਨਾਮ ਯੂਜ਼ ਕਰਨ ਲੱਗੇ ਤਾਂ ਟੋਲਰੇਟ ਕਰ ਲਓਗੇ ਤੁਸੀਂ? ਉੱਥੇ ਤਾਂ ਲੋਕ ਮਰਨ ਮਾਰਨ ਦੇ ਪਹੁੰਚੇ ਖੜੇ ਆ, ਤੇ ਤੁਸੀਂ ਕਿਸ ਤਰ੍ਹਾਂ ਦੀਆਂ ਗੱਲਾਂ ਗਰੁੱਪਾਂ ਦੇ ਵਿੱਚ ਆਡੀਓ ਬਣਾ ਬਣਾ ਪਾਈ ਜਾਂਦੇ ਹੋਗੇ। ਭੈਣ ਜੀ, ਅਸੀਂ ਤੁਹਾਡਾ ਬਹੁਤ ਸਤਿਕਾਰ ਕਰਦੇ ਹਾਂ, ਆਪਦਾ ਸਤਿਕਾਰ ਬਣਾ ਕੇ ਰੱਖੋ, ਕਿਸੇ ਦੀ ਸ਼ਾਨ ਦੇ ਖਿਲਾਫ ਨਾ ਬੋਲੋ। ਜੋ ਉੱਥੇ ਸੰਘਰਸ਼ ਹੋ ਰਿਹਾ ਹੈ ਉਹ ਸਮੂਹ ਕੇਡਰ ਦੇ ਤੇ ਸਮੂਹ ਪ੍ਰਧਾਨ ਸਾਹਿਬਾਨ ਦੇ ਸਹਿਯੋਗ ਦੇ ਨਾਲ ਹੋ ਰਿਹਾ ਹੈ। ਤੁਹਾਡੇ ਚਾਰ ਬੰਦਿਆਂ ਦੇ ਬੋਲਣ ਨਾਲ ਕੁਛ ਨਹੀਂ ਹੋਣਾ। ਤੁਹਾਡੇ ਨਾਲ ਵੀ ਮੈਂ 4-5 ਸਾਲ ਕੰਮ ਕੀਤਾ ਆ, ਦੇਖਿਆ ਆ, ਸਿੱਧੂ ਦੇ ਸਿਰ ਤੇ ਰੱਖ ਕੇ ਤਲਵਾਰ ਤੁਸੀਂ ਨੇ ਚਲਾਈ ਸੀਗੀ। ਤੁਹਾਡੇ ਆਪਣੇ 'ਚ ਦਮ ਹੁੰਦਾ ਤਾਂ ਜਿਵੇਂ ਹੁਣ 23 ਦਿਨ ਹੋਏ ਧਰਨਾ ਚੱਲਦੇ ਨੂੰ, ਕਿਉਂ ਨਹੀਂ ਚਲਾ ਸਕੇ ਤੁਸੀਂ? ਕਿਉਂ ਨਹੀਂ ਉੱਥੇ ਇਕੱਠ ਕਰ ਸਕੇ? ਕੌਣ ਉੱਥੇ ਪਹੁੰਚਿਆ ਹੈ? ਮੈਂ ਤੁਹਾਡੇ ਨਾਲ 4 ਸਾਲ, ਇੱਥੋਂ ਤੱਕ ਕਿ ਮੈਂ ਦਫ਼ਤਰਾਂ ਦੇ ਨਾਲ ਵੀ ਤੁਹਾਡੇ ਨਾਲ ਵਿੱਚ ਬੈਠਦਾ ਰਿਹਾ, ਉੱਥੇ ਆਪਾਂ ਦੇਖਦੇ ਰਹੇ ਹਾਂ ਵੀ ਕੀ ਤੁਹਾਡੀ ਉਹ ਕਿੰਨੀ ਕੁ ਇੱਜ਼ਤ ਕਰਦਾ ਰਿਹਾ, ਕਿੰਨੀ ਕੁ ਤੁਹਾਡੇ ਨਾਲ ਇੱਜ਼ਤ ਨਾਲ ਗੱਲ ਕਰਦਾ ਰਿਹਾ, ਤੁਹਾਡੀ ਕਿੰਨੀ ਕੁ ਉਹ ਸੇਵਾ ਕਰਦਾ ਰਿਹਾ, ਤੇ ਤੁਹਾਨੂੰ ਉਹ ਕਿੰਨਾ ਸਿੱਧਾ ਬੋਲਦਾ ਰਿਹਾ। ਆਪਾਂ ਸਾਰੇ ਹੀ ਜਾਣਦੇ ਹਾਂ, ਸਾਰੇ ਆਪਾਂ ਇੱਕ ਦੂਜੇ ਦੇ ਪੜ੍ਹਦੇ, ਆਪਾਂ ਦੋਨੇ ਪਾਸੇ ਜਾਣਦੇ ਹਾਂ। ਇਸ ਕਰਕੇ ਭੈਣ ਜੀ ਤੁਹਾਨੂੰ ਇਹ ਬੇਨਤੀ ਹੈ ਵੀ ਇਸ ਤਰ੍ਹਾਂ ਦੀ ਜਿਹੜੀ ਆਹ ਤੁਸੀਂ ਆਡੀਓ ਪਾਈ ਹੈ, ਚਲੋ ਠੀਕ ਹੈ, ਮੈਨੂੰ ਇਹਦੇ ਨਾਲ ਕੋਈ ਦਰਦ ਨਹੀਂ ਹੁੰਦਾ ਹੈਗਾ, ਮੈਨੂੰ ਕੋਈ ਪ੍ਰੋਬਲਮ ਨਹੀਂ ਹੈਗੀ, ਠੀਕ ਹੈ, ਕੰਮ ਹੋਵੇ ਨਾ ਹੋਵੇ ਉਹ ਵੱਖਰੀ ਗੱਲ ਹੈ, ਪਰ ਕਿਸੇ ਦੀ ਸ਼ਾਨ ਦੇ ਖਿਲਾਫ ਨਾ ਬੋਲੋ ਜੀ, ਨਾ ਕਿਸੇ ਦੇ ਖਿਲਾਫ ਗਲਤ ਬੋਲੋ। ਤੁਸੀਂ ਵਿਦ ਨੇਮ ਅੱਜ ਬੋਲੇ ਹੋ ਵੀ 5 ਮੈਂਬਰ ਜਾਂ ਇੱਦਾਂ। ਅੱਜ ਤੋਂ 1-2 ਦਿਨ ਪਹਿਲਾਂ ਅਸੀਂ ਦਿੱਲੀ ਗਏ ਸੀਗੇ, 1-2 ਬੰਦਿਆਂ ਨੇ ਸਾਡੇ ਖਿਲਾਫ ਵੀ ਵਿਦ ਨੇਮ ਬੋਲਿਆ ਸੀਗਾ। ਦੇਖੋ ਇਹ ਗੱਲ ਟੋਲਰੇਟ ਨਹੀਂ ਕੀਤੀ ਜਾਊਗੀ, ਕੰਮ ਹੋਵੇ ਨਾ ਹੋਵੇ। ਜਿੱਥੇ ਤੁਹਾਡੀ ਜ਼ਿੰਦਗੀ ਬਰਬਾਦ ਆ, ਸਾਡੀ ਵੀ ਜ਼ਿੰਦਗੀ ਬਰਬਾਦ ਆ, ਅਸੀਂ ਵੀ ਤੁਹਾਡੇ ਨਾਲ ਦੀ ਆ, ਤੁਹਾਡੀ ਭੈਣ ਭਰਾ। ਇਸ ਕਰਕੇ ਤੁਹਾਨੂੰ ਬੇਨਤੀ ਕੀਤੀ ਜਾਂਦੀ ਹੈ ਵੀ ਕਿਸੇ ਦੇ ਖਿਲਾਫ ਨਾ ਬੋਲੋ। ਅਗਰ ਕੰਮ ਕਰਨਾ ਚਾਹੁੰਦੇ ਤੁਸੀਂ ਮੂਹਰੇ ਲੱਗ ਕੇ ਕੰਮ ਕਰੋ, ਛੱਡੋ ਚਲੋ ਠੀਕ ਹੈ। ਜੇ ਉੱਥੋਂ ਮੋਹਾਲੀ ਵਾਲਾ ਧਰਨਾ ਤੁਸੀਂ ਕਹਿੰਦੇ ਹੋ, ਮੋਹਾਲੀ ਨੂੰ ਛੱਡ ਕੇ ਸਾਡੇ ਨਾਲ ਜੁੜੋ ਜਾਂ ਪੇਪਰ ਨਾਲ ਜੁੜੋ, ਅਸੀਂ ਜੁੜ ਜਾਂਦੇ ਹਾਂ। ਸਾਨੂੰ 1% ਸ਼ਿਓਰਟੀ ਦਿਓ ਵੀ ਹਾਂ ਤੁਸੀਂ ਸਾਨੂੰ ਸਿਲੈਕਟ ਕਰਵਾਵੋਗੇ ਇਹਦੇ ਵਿੱਚ। ਪਰ ਭੈਣ ਜੀ ਕਹਿੰਦਾ ਮੈਨੂੰ ਤਾਂ ਇਹ ਗੱਲ ਦਾ ਬਹੁਤ ਜ਼ਿਆਦਾ ਤੁਹਾਡੀ ਨਾ ਬਹੁਤ ਗੁੱਸਾ ਆ ਰਿਹਾ ਇਹ ਗੱਲ ਦਾ, ਵੀ ਜਿਵੇਂ ਕਿ ਨਾ ਅੱਜ ਤੋਂ 2-3 ਸਾਲ ਪਹਿਲਾਂ ਜਿਹੜੀ ਗੱਲ ਹੋਈ ਸੀਗੀ ਉਹ ਦੁਬਾਰਾ ਦੁਹਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਹ ਦੁਬਾਰਾ ਗੱਲ ਮੈਂ ਕਹਿਣਾ ਨਹੀਂ ਚਾਹੁੰਦਾ ਸੀਗਾ, ਤੁਸੀਂ ਆਹ ਵੋਇਸ ਮੈਸੇਜ ਕਰਕੇ ਮਜਬੂਰ ਕਰ ਦਿੱਤਾ ਬੋਲਣ ਵਾਸਤੇ, ਹੁਣ ਬੋਲਣਾ ਪੈ ਰਿਹਾ ਹੈ। ਬੋਲਣਾ ਕਿਉਂ ਪੈ ਰਿਹਾ ਹੈ? ਚਲੋ ਠੀਕ ਹੈ, ਤੁਸੀਂ ਵੀ ਰਾਤ 11:30 ਪੌਣੇ 12 ਪੌਣੇ ਕੁ 11 ਵਜੇ ਮੈਸੇਜ ਪਾਇਆ ਸੀ, ਜਿਹੜੀ ਆ ਅੱਜ ਤੁਹਾਡੀ ਘੁੰਮ ਰਹੀ ਹੈ ਵੋਇਸ ਇਹ। ਪਰ ਮੈਂ ਤੁਹਾਨੂੰ ਅਨਸਰ ਦੇ ਨੂੰ ਬੋਲ ਰਿਹਾ, ਮੈਨੂੰ ਬੋਲਣ ਦੀ ਲੋੜ ਨਹੀਂ ਸੀਗੀ। ਅਸੀਂ ਤਾਂ ਚਲੋ ਸੰਘਰਸ਼ ਕਰ ਰਹੇ ਸੀ, ਅਸੀਂ ਕਿਉਂ ਬੋਲਣਾ ਹੈਗਾ, ਅਸੀਂ ਤਾਂ ਸੰਘਰਸ਼ ਦਾ ਹਿੱਸਾ ਬਣੇ ਹੋਏ ਹਾਂ। ਪਰ ਮੈਨੂੰ ਹੁਣ ਇਹ ਗੱਲ ਹੈ ਵੀ ਪਹਿਲਾਂ ਮੈਨੂੰ 99% ਸ਼ੱਕ ਸੀਗਾ ਵੀ HTCHT ਦੇ ਵਿੱਚ ਸੈਟਿੰਗ ਹੋਈ ਹੈ। ਲਗਭਗ ਜਿੰਨੀ ਆਪਣੀ ਤਾਲਮੇਲ ਕਮੇਟੀ ਦੇ ਪ੍ਰਧਾਨ ਸਾਹਿਬਾਨ ਸੀਗੇ, ਜਿੰਨੇ ਵੀ ਹੈਗੇ ਸੀਗੇ, ਤਕਰੀਬਨ ਉਹ ਲਗਭਗ 99% HT ਤੇ CHT ਸਿਲੈਕਟ ਹੋਇਆ। ਤੇ ਹੁਣ ਤੁਹਾਨੂੰ ਦੁੱਖ ਮੇਰੇ ਹਿਸਾਬ ਨਾਲ ਤਾਂ ਹੋ ਰਿਹਾ, ਹੁਣ ਤਾਂ ਮੈਨੂੰ ਯਕੀਨ ਵੀ ਹੋ ਗਿਆ, ਜਿਹੜੇ ਹਿਸਾਬ ਨਾਲ ਤੁਸੀਂ ਗਰੁੱਪਾਂ ਦੇ ਵਿੱਚ ਮੈਸੇਜ ਪਾ ਰਹੇ ਹੋ, ਵਿਦ ਨੇਮ ਸਾਡਾ ਨਾਂ ਲੈ ਕੇ ਬਦਨਾਮ ਕਰ ਰਹੇ ਹੋ ਸਾਨੂੰ, ਵੀ ਦਿੱਲੀ ਕਿਉਂ ਜਾਂਦੇ ਨੇ ਇਹ, ਜਾਂ ਕਿਸੇ ਹੋਰ ਦਾ ਨਾਮ ਬਦਨਾਮ ਕਰਦੇ ਹੋ, ਜਾਂ ਕਿਸੇ ਹੋਰ ਦਾ ਨਾਮ ਬਦਨਾਮ ਕਰਦੇ ਹੋ।
ਹੁਣ 5 ਮੈਂਬਰੀ ਕਮੇਟੀ ਦਾ ਨਾਮ ਬਦਨਾਮ ਕਰਨ ਲੱਗੇ। ਆ ਹੁਣ ਪੇਪਰ ਦੀ ਗੱਲ ਹੈ, ਪੇਪਰ ਇਹ ਵਿਭਾਗੀ ਹੋਊਗਾ ਪਤਾ ਨਹੀਂ ਹੋਊਗਾ, ਉਹ ਆਪਾਂ ਗੱਲੇ ਨਾ ਕਰੋ। ਪਰ ਮੈਨੂੰ ਤਾਂ ਤੁਹਾਡੇ ਤੇ ਹੁਣ ਸ਼ੱਕ ਹੋਣ ਲੱਗ ਗਿਆ ਵੀ ਤੁਹਾਡੀ ਆਪਦੀ ਵੀ ਉਹਨਾਂ ਵਾਂਗ ਸੈਟਿੰਗ ਹੋਈ ਸੀਗੀ ਜੋ ਕਿ ਹਿੱਲ ਗਈ। ਮੈਨੂੰ ਇਹ ਸ਼ੱਕ ਲੱਗ ਰਿਹਾ ਹੈ ਵੀ ਤੁਹਾਨੂੰ ਮਿਰਚਾਂ ਤਾਂ ਲੱਗ ਰਹੀਆਂ ਨੇ ਵੀ ਤੁਹਾਡੀ ਜਿਹੜੀ ਸੈਟਿੰਗ ਹੈ, ਵੀ ਜਿਹੜੀ ਇਹ ਕੱਚੇ ਅਧਿਆਪਕ ਸੰਘਰਸ਼ ਕਮੇਟੀ ਜੋ ਬਣੀ ਹੈ, ਵੀ ਉਹਨੇ ਤੁਹਾਡੀ ਇਹ ਸੈਟਿੰਗ ਖਰਾਬ ਕਰ ਦਿੱਤੀ ਹੈ। ਜਿਸ ਕਰਕੇ ਤੁਸੀਂ ਦੇਖੋ ਵਿਦ ਨੇਮ ਯੂਜ਼ ਕਰਨ ਲੱਗੇ, ਸਾਡਾ ਨਾਮ ਯੂਜ਼ ਕੀਤਾ, ਇੱਕ ਦੋ ਬੰਦੇ ਦਾ ਨਾਮ ਹੋਰ ਯੂਜ਼ ਕੀਤਾ, ਤਾਂ ਯੂਜ਼ ਕਰ ਰਹੇ ਹੋ ਵੀ ਤੁਹਾਡੀ ਜਿਹੜਾ ਟੈਸਟ ਸੀਗਾ 27 ਵਾਲਾ, ਮੇਰਾ ਖਿਆਲ ਹੈ ਵੀ ਤੁਹਾਡੇ ਜਿਹੜਾ ਉਹ ਸਕੱਤਰ ਸਾਹਿਬ ਹੈ ਤੁਹਾਡਾ ਗੁਰੂ ਜੀ, ਉਹ ਤੁਹਾਨੂੰ ਦੇਣ ਨੂੰ ਤਿਆਰ ਸੀਗਾ। ਤੁਹਾਡੀ ਸੈਟਿੰਗ ਹੋਈ ਸੀ ਉਹਦੇ ਨਾਲ। ਮੈਨੂੰ ਤਾਂ ਹੁਣ 100% ਇਹ ਗੱਲ ਦਾ ਯਕੀਨ ਹੋ ਗਿਆ, ਜੋ ਹਿਸਾਬ ਨਾਲ ਤੁਸੀਂ ਬੋਲ ਰਹੇ ਹੋ, ਜੋ ਹਿਸਾਬ ਨਾਲ ਤੁਸੀਂ ਮੈਸੇਜ ਪਾ ਰਹੇ ਹੋ, ਜੋ ਹਿਸਾਬ ਨਾਲ ਤੁਸੀਂ ਗੱਲਾਂ ਕਰ ਰਹੇ ਹੋ, ਇਸ ਵਾਰ ਤਾਂ ਮੈਨੂੰ ਕਹਿੰਦਾ ਇਹ ਗੱਲ ਦੀ 100% ਸ਼ਿਓਰਟੀ ਹੋ ਗਈ ਤੁਸੀਂ ਆਪਦੀ ਸੈਟਿੰਗ ਕਰੀ ਬੈਠੇ ਸੀਗੇ। ਜਿੰਨੇ ਵੀ ਮੂਰਲੇ ਬੰਦੇ ਲੱਗੇ ਹੋਏ ਸੀਗੇ ਸਾਡੇ ਵਰਗਿਆਂ ਨੂੰ ਯੂਜ਼ ਕਰਦੇ ਰਹੇ ਹੋ। ਹਾਂ ਜੀ ਨਿਰਮਲ ਕਲੌਦੀ ਆ ਜਾਓ, ਤੁਸੀਂ ਇੱਥੇ ਆ ਜਾਓ, ਉੱਥੇ ਆ ਜਾਓ, ਜਾਂ ਇੱਦਾਂ ਕਰ ਲਓ ਉੱਦਾਂ ਕਰ ਲਓ। ਮੇਰੇ ਅਕੋਰਡਿੰਗ ਤਾਂ ਤੁਹਾਡੀ ਸੈਟਿੰਗ ਹੋਈ ਸੀਗੀ ਉੱਪਰ ਵੀ ਜਿੰਨੇ ਮੈਂਬਰਾਂ ਦੀ ਅਸੀਂ ਨੰਬਰ ਦੇਵਾਂਗੇ ਵੀ ਸਾਡੇ ਮੈਂਬਰ ਲੱਗਣੇ ਚਾਹੀਦੇ ਆ। ਇਹ ਗੱਲ ਮੈਨੂੰ ਹੁਣ ਇਸ ਟਾਈਮ ਸ਼ਿਓਰਟੀ ਹੋ ਗਈ ਗੱਲ ਦੀ ਤੁਹਾਡੀਆਂ ਗੱਲਾਂ ਸੁਣ ਕੇ। ਮੈਨੂੰ ਇਹ ਗੱਲ ਅਣਸੱਦੇ ਨੂੰ ਕਹਿਣੀ ਪਈ ਹੈ ਕਿਉਂਕਿ ਤੁਸੀਂ ਜਿਹੜੇ ਯੋਧੇ ਉੱਥੇ ਸੰਘਰਸ਼ ਕਰ ਰਹੇ ਨੇਗੇ, ਸਿੱਖਿਆ ਬੋਰਡ ਦੀ ਬਿਲਡਿੰਗ ਉੱਪਰ ਚੜ੍ਹੇ ਹੋਏ ਨੇਗੇ, ਮਹੀਨਾ ਉੱਪਰ ਬੈਠੇ ਹੈ, ਤੁਸੀਂ ਇੱਕ ਰਾਤ ਘਰ ਦੇ ਬਾਹਰ ਕੱਟ ਕੇ ਵੇਖੋ, ਤੁਹਾਨੂੰ ਪਤਾ ਲੱਗ ਜਾਣਾ ਜਿਨ੍ਹਾਂ ਨੂੰ ਤੁਸੀਂ ਬਦਨਾਮ ਕਰ ਰਹੇ ਹੋ, ਜਿਨ੍ਹਾਂ ਦਾ ਨਾਂ ਖਰਾਬ ਕਰ ਰਹੇ ਹੋ, ਉਹ ਵਿਚਾਰੇ ਮਹੀਨਾ ਹੋ ਗਏ ਘਰੇ ਵੀ ਨਹੀਂ ਵੜੇ ਹੈਗੇ। ਸਾਡੇ ਵਰਗੇ ਲਾ ਲਓ ਘੱਟੋ ਘੱਟ 15-20 ਗੇੜੇ ਲੱਗ ਗਏ ਉੱਥੇ, ਅਤੇ ਪੂਰਾ ਯੂਨੀਅਨ ਨਾਲ ਸੰਘਰਸ਼ ਕਰ ਰਹੇ ਹਾਂ। ਪ੍ਰਾਪਤੀ ਦੇਖੋ ਹੈ ਜਾਂ ਨਹੀਂ ਹੈ ਉਹ ਰੱਬ ਨੂੰ ਪਤਾ ਆ, ਹੋਣਾ ਕਿ ਨਹੀਂ ਹੋਣਾ ਉਹ ਸਮਾਂ ਦੱਸੇਗਾ। ਪਰ ਮੈਂ ਤੁਹਾਨੂੰ ਸਾਥੀ ਜੀ ਕਹਿੰਦਾ ਇੱਕ ਬੇਨਤੀ ਜ਼ਰੂਰ ਕਰੂੰਗਾ। ਤੁਸੀਂ ਕਹਿੰਦੇ ਹੋ ਵੀ ਪ੍ਰਾਪਤੀ ਹੋਊਗੀ ਤਾਂ ਅਸੀਂ ਹਾਰ ਪਾਵਾਂਗੇ, ਅਸੀਂ ਸੋਤੋਂ ਹਾਰ ਨਹੀਂ ਪਵਾਉਣੇ ਹੈਗੇ ਜੀ, ਸਾਨੂੰ ਹਾਰਾਂ ਹੂਰਾਂ ਦੀ ਲੋੜ ਨਹੀਂ ਹੈਗੀ, ਨਾ ਅਸੀਂ ਕੋਈ ਪ੍ਰਧਾਨ ਆ। ਚਲੋ ਜਿਹੜੇ ਪੰਜਾਂ ਪ੍ਰਧਾਨਾਂ ਤੁਸੀਂ ਨਾਂ ਲਿੱਤਾ ਵੀ ਹਾਰ ਪਾਓਗੇ ਉਹਨਾਂ ਦੇ, ਜਾਂ ਉਹਨਾਂ ਦਾ ਪਤਾ ਨਹੀਂ ਕੀ ਕੁਛ ਕਹਿੰਦੇ ਸੀ, ਬਹੁਤ ਕੁਛ ਪਾਇਆ ਤੁਸੀਂ ਨੇ ਮੈਸੇਜ ਦੇ ਵਿੱਚ, ਠੀਕ ਹੈ। ਉਹ ਹਾਰ ਤੁਹਾਡੇ ਹਾਰਾਂ ਦੀ ਵੇਟ ਨਹੀਂ ਕਰ ਰਹੇ ਹੋ। ਜੇ ਤੁਹਾਡੇ ਹਾਰਾਂ ਦੀ ਲੋੜ ਹੁੰਦੀ ਉਹ ਉੱਥੇ ਮਹੀਨਾ ਬੈਠਣ ਦੀ ਲੋੜ ਨਹੀਂ ਸੀ ਪੈਣੀ। ਸਾਡੇ ਸਾਥੀ ਵਿੱਚ ਇਹੀ ਜਿਹੇ ਨੇ ਜਿਹੜੇ ਸਿਰਫ ਮਹੀਨੇ ਦੇ ਵਿੱਚ 2 ਜਾਂ 3 ਰਾਤਾਂ ਘਰੇ ਗੁਜ਼ਾਰ ਕੇ ਆਏ ਨੇਗੇ, ਜਿਹੜੇ ਉੱਥੇ ਬੈਠੇ ਨੇ ਉਹਨਾਂ ਦੇ ਸੰਘਰਸ਼ ਦਾ ਸਾਥ ਦਿਓ, ਨਾ ਕਿ ਕਿਸੇ ਖਿਲਾਫ ਨੈਗੇਟਿਵ ਬੋਲੋ। ਅਗਰ ਸਾਥ ਨਹੀਂ ਦੇ ਸਕਦੇ ਘੱਟੋ ਘੱਟ ਚੁੱਪ ਤਾਂ ਕਰ ਜਾਓ। ਇੰਨੇ ਹੀ ਗੱਲਾਂ ਦੇ ਨਾਲ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਸਾਥੀ ਜੀ। ਕਿਸੇ ਦੀ ਸ਼ਾਨ ਦੇ ਖਿਲਾਫ ਨਾ ਬੋਲੋ। ਅਗਰ ਤੁਸੀਂ ਕੁਛ ਨਹੀਂ ਸਾਥ ਦੇ ਸਕਦੇ ਘੱਟੋ ਘੱਟ ਟਿਕ ਕੇ ਬੈਠ ਜਾਓ। ਇਹ ਗੱਲ ਮੈਂ ਤੁਹਾਨੂੰ ਇਹ ਗੱਲ ਦੀ ਯਾਦ ਵੀ ਕਰਵਾਉਣਾ ਚਾਹੁੰਦਾ। ਆਪਾਂ ਨੇ 4-4.5 ਸਾਲ ਤਾਲਮੇਲ ਕਮੇਟੀ ਦੇ ਨਾਲ ਆਪਾਂ ਸਭ ਨੇ ਰਲ ਮਿਲ ਕੇ ਕੰਮ ਕੀਤਾ ਅਤੇ ਕੱਚੇ ਅਧਿਆਪਕ ਯੂਨੀਅਨ ਸੀ ਜਿਹੜੀ, ਉਹਨਾਂ ਵੱਲੋਂ ਤੁਹਾਡੀ ਕਿਸੇ ਬੰਦੇ ਦੀ ਸ਼ਾਨ ਦੇ ਖਿਲਾਫ ਨਹੀਂ ਬੋਲਿਆ ਗਿਆ, ਨਾ ਤੁਹਾਨੂੰ ਕੁਛ ਗਲਤ ਕਿਹਾ, ਨਾ ਚੰਗਾ ਕਿਹਾ, ਨਾ ਮਾੜਾ ਕਿਹਾ, ਠੀਕ ਹੈ। ਅਗਰ ਉਹਨਾਂ ਨੇ ਤੁਹਾਨੂੰ 4-4.5 ਸਾਲ ਦੇਖਣ ਤੋਂ ਬਾਅਦ ਅਣਸਰਦੇ ਨੂੰ ਤੁਹਾਡਾ ਸਿਸਟਮ ਦੇਖ ਕੇ, ਜੋ ਸਿਸਟਮ ਚੱਲ ਰਿਹਾ ਸੀਗਾ ਉਹਨੂੰ ਦੇਖ ਕੇ ਅੱਜ ਇੱਕ ਲਹਿਰ ਬਣਾਈ ਹੈ, ਤਾਂ ਉਹਦੇ ਵਿੱਚ ਹਿੱਸਾ ਬਣੋ। ਜੇ ਨਹੀਂ ਹਿੱਸਾ ਬਣ ਸਕਦੇ ਤਾਂ ਕਿਸੇ ਦੀ ਸ਼ਾਨ ਦੇ ਖਿਲਾਫ ਨਾ ਬੋਲੋ ਜੀ। ਮੈਨੂੰ ਇਹ ਗੱਲ ਦਾ ਬੜਾ ਦੁੱਖ ਹੋ ਰਿਹਾ ਹੈ। ਹੁਣ ਤੁਹਾਨੂੰ ਪਤਾ ਨਹੀਂ ਕਿਉਂ ਇੰਨਾ ਦੁੱਖ ਹੋ ਰਿਹਾ, ਤੁਸੀਂ ਸਾਥੀਆਂ ਦੇ ਨਾਮ ਲੈ ਲੈ ਕੇ ਬੋਲਣ ਲੱਗ ਪਏ ਹੋ। ਇਹ ਗੱਲ ਟੋਲਰੇਟ ਨਹੀਂ ਕੀਤੀ ਜਾਊਗੀ। ਅਗਰ ਤੁਸੀਂ ਨਾਂ ਲੈਣੋਂ ਨਾ ਹਟੇ ਤਾਂ ਕੱਲ੍ਹ ਸਵੇਰ ਤੋਂ ਤੁਹਾਡੇ ਇਕੱਲੇ ਬੰਦੇ ਦਾ ਨਾਂ ਲੈ ਕੇ ਜੋ ਵੀ ਬੰਦੇ ਇਹ ਮੈਸੇਜ ਪਾਉਂਦੇ ਨੇਗੇ ਨੈਗੇਟਿਵ ਲੋਕਾਂ ਨੂੰ ਕਰਨ ਵਾਸਤੇ, ਤਾਂ ਅਸੀਂ ਵੀ ਮੈਸੇਜ ਕਰਨਾ ਤੁਹਾਡਾ ਵਿਦ ਨੇਮ ਯੂਜ਼ ਕਰਕੇ ਸਾਰੇ ਪੰਜਾਬ ਛੱਡੋ, ਸਾਰੇ ਪਾਸੇ ਘੁਮਾਵਾਂਗੇ। ਤੁਹਾਡੇ ਕੋਲ ਤਾਂ ਇੱਕ ਹੀ ਗਰੁੱਪ ਹੈ ਅਧਿਆਪਕ EPU ਸੰਘਰਸ਼ ਕਮੇਟੀ ਜੋ ਵੀ ਹੈ, ਇੱਥੇ 40 ਗਰੁੱਪ ਨੇ ਇਕੱਲੇ ਜਿਹੜੇ ਇਹ ਗਰੁੱਪ ਬਣੇ ਹੋਏ ਨੇਗੇ ਸੰਘਰਸ਼ ਦੇ ਵੀ ਲਾ ਲਓ, ਚਾਹੇ ਸਾਰੀਆਂ ਅਧਿਆਪਕ ਯੂਨੀਅਨਾਂ, ਜਿੰਨੇ ਵੀ ਕੱਚੇ ਅਧਿਆਪਕ ਯੂਨੀਅਨ ਨੇਗੇ, ਜਿੰਨੇ ਵੀ ਪੱਕੇ ਅਧਿਆਪਕ ਯੂਨੀਅਨ ਨੇਗੀਆਂ, ਜਿੰਨੇ ਵੀ ਸਾਰੇ ਤਕਰੀਬਨ ਕੱਚੇ ਅਧਿਆਪਕ ਨੇ, ਚਾਹੇ ਕੱਚੇ ਕਾਮੇ ਨੇ, ਚਾਹੇ ਕੱਚੇ DC ਆਫਿਸ ਦੇ ਵਿੱਚ ਨੇ, ਚਾਹੇ ਕੱਚੇ ਬਿਜਲੀ ਬੋਰਡ ਦੇ ਵਿੱਚ ਨੇ, ਚਾਹੇ ਕੱਚੇ ਕਿਸੇ ਮਰਜ਼ੀ ਪਾਸੇ ਕਿਸੇ ਮਰਜ਼ੀ ਯੂਨੀਅਨ ਦੇ ਵਿੱਚ ਲਾ ਲਓ, ਸਾਰੇ ਗਰੁੱਪ ਮੇਰੇ ਕੋਲ ਹੈਗੇ ਨੇਗੇ। ਉਹਨਾਂ ਵਿੱਚ ਤੁਹਾਡਾ ਵਿਦ ਨੇਮ ਇਹੀ ਯੂਜ਼ ਕੀਤਾ ਜਾਊਗਾ ਅਗਰ ਤੁਸੀਂ ਨਾ ਹਟੇ ਬੋਲਣੋਂ।
ਤਾਂ ਤੁਹਾਨੂੰ ਸਾਥੀਓ ਬੇਨਤੀ ਹੈ ਵੀ ਤੁਸੀਂ ਸਾਡੇ ਵੀਰ ਹੋ, ਸਾਡੀ ਭੈਣਾਂ ਹੋ, ਸਾਡੀ ਭਰਾ ਹੋ, ਤਾਂ ਆਪਣੀ ਸਿਸਟਮ ਦੇ ਵਿੱਚ ਰਹਿ ਕੇ ਗੱਲ ਕਰੋ। ਅਸੀਂ ਵੀ ਤੁਹਾਡਾ ਸਤਿਕਾਰ ਕਰਦੇ ਹਾਂ, ਤੁਸੀਂ ਵੀ ਸਾਡਾ ਸਤਿਕਾਰ ਕਰੋ। ਅਸੀਂ ਤੁਹਾਡੀ ਸ਼ਾਨ ਦੇ ਖਿਲਾਫ ਨਹੀਂ ਬੋਲਦੇ ਤੇ ਤੁਸੀਂ ਵੀ ਸਾਡੀ ਸ਼ਾਨ ਦੇ ਖਿਲਾਫ ਨਾ ਬੋਲੋ। ਜੋ ਸੰਘਰਸ਼ ਚੱਲ ਰਿਹਾ ਹੈ ਉਹ ਚੱਲੂਗਾ, ਉਹਨੂੰ ਪੱਟਣ ਵਾਲਾ ਤੇ ਹਟਾਉਣ ਵਾਲਾ ਕੋਈ ਪੈਦਾ ਨਹੀਂ ਹੋਇਆ ਜਿੰਨਾ ਚਿਰ ਕੋਈ ਪ੍ਰਾਪਤੀ ਨਹੀਂ ਹੁੰਦੀ। ਠੀਕ ਹੈ, ਜਿੱਦੇ ਪ੍ਰਾਪਤੀ ਹੋਊਗੀ ਤੁਸੀਂ ਨਾ ਪ੍ਰਵਾਨ ਕਰਿਓ, ਤੁਸੀਂ ਨਾ ਲਿਓ, ਚਾਹੇ ਤਨਖਾਹ ਵਾਧਾ ਹੋਵੇ, ਚਾਹੇ ਐਂਟੀਟੀ ਹੋਵੇ, ਚਾਹੇ ਈਡੀਟੀ ਹੋਵੇ, ਚਾਹੇ ਜੋ ਵੀ ਮਰਜ਼ੀ ਫੈਸਲਾ ਹੋਵੇ। ਜੇ ਤੁਹਾਨੂੰ ਨਹੀਂ ਮਨਜ਼ੂਰ ਹੋਊਗਾ ਤੁਸੀਂ ਨਾ ਪ੍ਰਵਾਨ ਕਰਿਓ, ਸਾਨੂੰ ਪ੍ਰਵਾਨ ਹੋਊਗਾ ਅਸੀਂ ਲੈ ਲਵਾਂਗੇ ਉਹ। ਠੀਕ ਹੈ, ਪਰ ਤੁਹਾਨੂੰ ਇੱਕ ਗੱਲ ਇੰਨੀ ਬੇਨਤੀ ਕਰਦਾ ਵੀ ਜੇ ਚੰਗਾ ਫੈਸਲਾ ਹੋਇਆ, ਜੇ ਤੁਹਾਡਾ ਸਟੈਂਡ ਵਧੀਆ ਤਾਂ ਉਹਨੂੰ ਲਿਓ ਨਾ। ਜੇ ਕੋਈ ਮਾੜਾ ਮੋਟਾ ਸਟੈਂਡ ਹੈ, ਸਾਈਕਲ ਦੇ ਵੀ ਸਟੈਂਡ ਹੁੰਦਾ, ਆਪਦਾ ਸਟੈਂਡ ਰੱਖਿਓ, ਦੇਖ ਕੇ ਬੋਲਿਆ ਕਰੋ। ਤੁਹਾਨੂੰ ਬੇਨਤੀ ਇਹੀ ਹੈ, ਲੜ ਰਹੇ ਹਾਂ ਸਾਰਿਆਂ ਵਾਸਤੇ ਲੜ ਰਹੇ ਹਾਂ, ਜੇ ਫਾਇਦਾ ਹੋਊਗਾ ਤਾਂ ਨਾਲ ਤੁਹਾਡਾ ਵੀ ਫਾਇਦਾ ਹੋਊਗਾ। ਠੀਕ ਹੈ, ਤੁਹਾਨੂੰ ਬੇਨਤੀ ਕਰ ਰਹੇ ਹਾਂ, ਤੁਹਾਡੀ ਸ਼ਾਨ ਦੇ ਖਿਲਾਫ ਨਹੀਂ ਬੋਲ ਰਹੇ, ਤੁਹਾਨੂੰ ਕੁਛ ਗਲਤ ਨਹੀਂ ਬੋਲ ਰਹੇ। ਅਗਰ ਕੱਲ੍ਹ ਨੂੰ ਕੋਈ ਪੋਜ਼ੀਟਿਵ ਪੁਆਇੰਟ ਦੇਖੋ, ਜੇ ਨੈਗੇਟਿਵ ਪੁਆਇੰਟ ਆਉਂਦਾ ਹੈ, ਕੋਈ ਵੀ ਨੈਗੇਟਿਵ ਪੁਆਇੰਟ ਆਉਂਦਾ, ਤੁਸੀਂ ਬੋਲਣ ਨੂੰ ਮਿੰਟ ਮਾਰ ਦਿਓ। ਇੱਦਾਂ ਕਰਤਾ ਜੀ, ਟੈਸਟ ਕੈਂਸਲ ਕਰਵਾਤਾ ਜੀ, ਇਹ ਕਰਾਤਾ ਜੀ, ਉਹ ਕਰਾਤਾ ਜੀ। ਜੇ ਮੰਨ ਲਓ ਕੱਲ੍ਹ ਨੂੰ ਵਿਭਾਗੀ ਪੋਸਟਾਂ ਬਣ ਗਈਆਂ ਇਹ, ਜਾਂ ਮੰਨ ਲਓ ਆਪਣਾ ਵਿਭਾਗੀ ਪੋਸਟਾਂ ਨਾ ਵੀ, ਚਲੋ ਮੈਂ ਨਹੀਂ ਕਿਸੇ ਪੋਜ਼ੀਟਿਵ ਪੁਆਇੰਟ 'ਤੇ ਮੈਂ ਬੋਲਦਾ ਹੀ ਨਹੀਂ ਹੈਗਾ। ਮੰਨ ਲਓ ਕੋਈ ਵੀ ਗੱਲ, ਕੁਛ ਵੀ ਗੱਲ ਨਿਕਲਦੀ ਹੈ, ਤਾਂ ਫਿਰ ਮੈਂ ਤੁਹਾਡਾ ਸਟੈਂਡ ਫੇਰ ਦੇਖੂੰਗਾ ਵੀ ਜੇ ਉਹ ਤੋਂ ਬਾਹਰ ਰਹਿੰਦੇ ਹੋ। ਸੋ ਸਾਥੀਓ, ਕਿਸੇ ਦੇ ਖਿਲਾਫ ਨਾ ਬੋਲੋ। ਜੋ ਕੰਮ ਜੋ ਕਰਨਾ ਚਾਹੁੰਦਾ, ਜੋ ਕਰ ਰਿਹਾ, ਉਹ ਸਾਰਿਆਂ ਨੂੰ ਲੈ ਕੇ ਹੀ ਕਰ ਰਿਹਾ। ਕਿਸੇ ਦੇ ਖਿਲਾਫ ਕੋਈ ਕੁਛ ਨਹੀਂ ਬੋਲ ਰਿਹਾ, ਨਾ ਤੁਹਾਨੂੰ ਕੋਈ ਤੁਹਾਡੀ ਸ਼ਾਨ ਦੇ ਖਿਲਾਫ ਬੋਲ ਰਿਹਾ, ਨਾ ਤੁਹਾਨੂੰ ਕੋਈ ਗਲਤ ਬੋਲ ਰਿਹਾ। ਇਸ ਕਰਕੇ ਸਾਥੀਓ, ਥੋੜ੍ਹਾ ਜਿਹਾ ਦਿਮਾਗ ਤੋਂ ਕੰਮ ਲਵੋ, ਕਿਸੇ ਦੀ ਵੀ ਸ਼ਾਨ ਦੇ ਖਿਲਾਫ ਨਾ ਬੋਲੋ। ਜੋ ਧਰਨਾ ਚੱਲ ਰਿਹਾ ਉੱਥੇ ਕੋਈ ਭੀੜ ਨਹੀਂ ਹੈਗੀ, ਉਹ ਪੜ੍ਹੇ ਲਿਖੇ ਲੋਕ ਨੇਗੇ। ਜਿਵੇਂ ਅੱਜ ਸ਼ਬਦਾਵਲੀ ਯੂਜ਼ ਕੀਤੀ ਇੱਕ ਭੈਣ ਨੇ, ਕਹਿੰਦੀ ਉੱਥੇ ਭੀੜ ਬਣ ਕੇ ਤੁਰ ਕੇ ਵਗ ਜਾਂਦੇ ਨੇਗੇ, ਉਹ ਜ਼ਿੰਮੇਵਾਰ ਹੋਣਗੇ। ਜਿਹੜੇ ਅੱਜ ਤੋਂ ਪਹਿਲਾਂ ਤੁਹਾਡੇ ਨਾਲ ਭੀੜ ਬਣ ਕੇ ਤੁਰਦੇ ਰਹੇ ਹੈਗੇ, ਉਹਨਾਂ ਨੂੰ ਤੁਸੀਂ ਕੀ ਦਵਾਤਾ? ਦੱਸੋ ਕੀ ਪ੍ਰਾਪਤੀ ਆ? ਇੱਕ ਛੁੱਟੀਆਂ ਵਧੀਆ ਨੇਗੀਆਂ, ਜਾਂ ਇੱਕ ਕੁਆਲੀਫਿਕੇਸ਼ਨ ਐਡ ਹੋਈ ਹੈ, ਹੋਰ ਕੀ ਪ੍ਰਾਪਤੀ ਹੋਈ ਹੈ ਦੱਸੋ ਜੀ? 4.5 ਸਾਲਾਂ ਦੇ ਵਿੱਚ ਆਪਾਂ ਨੂੰ ਤਾਂ ਵਾਅਦਾ ਹੋਇਆ ਸੀ ਕੈਪਟਨ ਸਾਹਿਬ ਦਾ ਵੀ ਹਾਂ ਜੀ ਤੁਹਾਡੀ ਤਨਖਾਹ ਹੈ ਜਿਹੜੀ ਉਹ ਪੂਰੀ ਕੀਤੀ ਉਹ ਪਹਿਲੀ ਕੈਬਨਿਟ ਦੇ ਵਿੱਚ 4 ਸਾਲ ਤੁਹਾਨੂੰ ਮੂਹਰੇ ਲਾ ਕੇ ਰੱਖੇਗਾ। ਕਿੱਥੇ ਸਾਡੀ ਤਨਖਾਹ ਪਹੁੰਚ ਗਈ? ਕਿੱਥੇ ਸਾਨੂੰ ਪੱਕੇ ਕਰਵਾਤਾ? ਤੁਸੀਂ ਕਹਿੰਦੇ ਹੋ ਟੈਸਟ ਪਾਸ ਕਰ ਲਾਂਗੇ, 60,000 ਬੰਦੇ 'ਚੋਂ 8,000 ਬੰਦਾ ਕਿਵੇਂ ਨਿਕਲ ਜੂਗਾ? ਕਿਵੇਂ ਪੋਸੀਬਿਲਿਟੀ ਹੈ ਇਹ? ਪਹਿਲਾਂ ਜਿਹੜਾ ਈਡਿਟ ਦਾ ਟੈਸਟ ਹੋਇਆ, ਚਲੋ ਛੋਟੀ ਗੱਲ ਦਾ ਜਵਾਬ ਦਿੰਦਾ ਮੈਂ, ਤੁਹਾਡਾ ਪਹਿਲਾਂ ਈਡਿਟ ਦਾ ਇੱਕ ਟੈਸਟ ਹੋਇਆ ਸੀਗਾ ਜਿਹਦੇ ਵਿੱਚ 3807 ਨੂੰ ਨਾ, ਉਹਦੇ ਵਿੱਚ ਟੈਸਟ ਦੀ ਛੋਟ ਦਿੱਤੀ ਗਈ ਸੀ। ਕਹਿੰਦੇ ਸੀ ਵੀ ਪਹਿਲਾਂ ਬਹੁਤ ਪੁਰਾਣੀ ਗੱਲ ਚੱਲਦੀ ਆ ਰਹੀ ਆ ਟ੍ਰੇਨਡ ਤੇ ਅਨਟ੍ਰੇਨਡ ਦੀ, ਤੇ ਗੱਲ ਕੀ ਹੋਈ 3807 ਨੂੰ ਤੁਹਾਡੀ ਇੱਕ ਦਲੀਲ ਦੇ ਉੱਪਰ, ਚਲੋ ਕ੍ਰਿਸ਼ਨ ਕੁਮਾਰ ਸਕੱਤਰ ਸਾਹਿਬ ਸਾਡੇ ਬਹੁਤ ਸਤਿਕਾਰਯੋਗ, ਉਹਨਾਂ ਵੱਲੋਂ ਇੱਕ ਛੋਟ ਦਿੱਤੀ ਗਈ ਹੈ ਵੀ ਕਹਿੰਦੇ ਇਹਨਾਂ ਨੂੰ ਉਮਰ ਛੋਟ ਦਿੱਤੀ ਜਾਂਦੀ ਹੈ ਤੇ ਟੈਟ ਤੋਂ ਛੋਟ ਦਿੱਤੀ ਜਾਂਦੀ ਹੈ। ਬੋਲੋ ਤੁਹਾਡੇ ਕਿੰਨੇ ਕੁ ਬੰਦੇ ਲੰਘੇ ਆ? 100-150 ਬੰਦਾ ਲੰਘਿਆ ਨਹੀਂ ਹੈਗਾ ਆਪਣਾ। ਇਹੀ ਹਾਲ ਆਪਣੇ ਨਾਲ ਹੋਣ ਬਣਨਾ ਸੀਗਾ ਐਨਟੀਟੀ ਦੇ ਵਿੱਚ। ਤੁਸੀਂ ਕਹਿੰਦੇ ਹੋ ਤੁਹਾਡੇ 'ਚ ਕਾਬਲੀਅਤ ਹੈ, ਕਾਹਦੀ ਕਾਬਲੀਅਤ ਹੈ? 3807 ਦੇ ਵਿੱਚੋਂ ਤੁਹਾਡੇ ਸਿਰਫ ਓਨਲੀ 100-150 ਬੰਦਾ ਲੰਘ ਰਿਹਾ, ਓਨਲੀ 100-150, ਹੱਦ 200 ਲਾ ਲਓ। ਚਲੋ ਜਿਨ੍ਹਾਂ ਦੀ ਲਿਸਟ ਮੇਰੇ ਕੋਲ ਹੈਗੀ ਹੈ, ਮੇਰੇ ਲਈ ਰਿਕਾਰਡ ਸਾਰਾ ਪਿਆ ਆ ਜਿਨ੍ਹਾਂ ਦਾ ਨੰਬਰ ਲੱਗਿਆ ਆ, ਸਾਡੇ ਜ਼ਿਲ੍ਹੇ ਵਿੱਚੋਂ ਪਿਆ ਹੈਗਾ, ਬਾਕੀ ਚਲੋ ਪੰਜਾਬ ਲੈਵਲ ਦਾ ਤੁਹਾਡੇ ਕੋਲ ਹੋਣਾ ਆ। ਤੇ ਹੁਣ ਤੁਸੀਂ ਐਨਟੀਟੀ ਕਿਵੇਂ ਕਹਿ ਸਕਦੇ ਹੋ ਵੀ ਹਾਂਜੀ 60,000 ਬੰਦੇ ਵਿੱਚ ਤੁਸੀਂ 9,000 ਬੰਦੇ ਨੂੰ ਜੁਆਇਨ ਕਰਵਾ ਦਿਓ? ਠੀਕ ਹੈ, ਇਹ ਟੋਪੀਆਂ ਪਾਉਣੀਆਂ ਬੰਦ ਕਰੋ, ਕਿਸੇ ਦੇ ਖਿਲਾਫ ਬੋਲਣਾ ਬੰਦ ਕਰੋ। ਤੁਹਾਨੂੰ ਕੋਈ ਕੁਛ ਨਹੀਂ ਕਹਿ ਰਿਹਾ, ਤੁਹਾਡੇ ਖਿਲਾਫ ਕੋਈ ਨਹੀਂ ਬੋਲ ਰਿਹਾ, ਤੁਹਾਡੇ ਤੋਂ ਟਿਕਿਆ ਨਹੀਂ ਜਾ ਰਿਹਾ। ਪਰ ਮੈਂ ਇਹ ਗੱਲ ਲਾਸਟ ਵਿੱਚ ਗੱਲ ਜ਼ਰੂਰ ਕਹੂੰਗਾ, ਤੁਹਾਨੂੰ ਦੁੱਖ ਤਾਂ ਹੋ ਰਿਹਾ ਵੀ ਮੇਰੇ ਅਕੋਰਡਿੰਗ ਜਿਹੜੇ ਤੁਸੀਂ ਮੂਹਰਲੇ ਬੰਦੇ ਸੀਗੇ, ਜਿਵੇਂ ਪਹਿਲਾਂ ਬੰਦੇ ਲੱਗ ਗਏ ਆ HTCHT ਆਪਦੀ ਸੈਟਿੰਗ ਕਰਕੇ, ਮੈਨੂੰ ਲੱਗਦਾ ਤੁਹਾਡੀ ਵੀ ਸੈਟਿੰਗ ਹੋ ਸਕਦੀ ਹੈ, ਕਰੀ ਹੋ ਸਕਦੀ ਹੈ। ਮੈਂ ਪਰ ਵਿੱਚ ਮੀਟਿੰਗ 'ਚ ਹੈ ਨਹੀਂ ਸੀਗਾ, ਦੇਖੋ ਮੈਂ ਸ਼ਿਓਰ ਨਹੀਂ ਕਰ ਸਕਦਾ, ਪਰ ਜਿਹੜੇ ਹਿਸਾਬ ਨਾਲ ਤੁਹਾਨੂੰ ਕਹਿੰਦਾ ਦੁੱਖ ਹੋ ਰਿਹਾ, ਮਿਰਚਾਂ ਲੱਗ ਰਹੀਆਂ ਨੇਗੀਆਂ, ਧਰਨੇ ਖਿਲਾਫ ਬੋਲ ਰਹੇ ਹੋ ਤੁਸੀਂ, ਲੋਕਾਂ ਖਿਲਾਫ ਬੋਲ ਰਹੇ ਹੋ, ਉਸ ਤੋਂ ਸਾਫ਼ ਕਲੀਅਰ ਹੋ ਰਿਹਾ ਵੀ ਤੁਹਾਡਾ ਸੈਟਿੰਗ ਕਰੀ ਹੋਈ ਸੀਗੀ ਵਿਭਾਗ ਦੇ ਨਾਲ ਤੇ ਅਫਸਰਾਂ ਦੇ ਨਾਲ।
ਵੀ ਤੁਹਾਡਾ ਕੰਮ ਖਰਾਬ ਹੋ ਗਿਆ, 27 ਦਾ ਪੇਪਰ ਕੈਂਸਲ ਹੋ ਗਿਆ, ਤੁਹਾਨੂੰ ਇਹ ਦੁੱਖ ਹੋ ਰਿਹਾ ਹੈ ਵੀ ਅਸੀਂ ਜੁਆਇਨ ਹੁਣ ਨੂੰ ਕਰ ਲੈਣਾ ਸੀਗਾ, ਅਪੋਇੰਟਮੈਂਟ ਲੈਟਰ ਅਸੀਂ ਲੈ ਲੈਣਾ ਸੀਗਾ। ਤੁਹਾਨੂੰ ਇਸੇ ਗੱਲ ਦਾ ਦੁੱਖ ਲੱਗ ਰਿਹਾ ਹੈ, ਅੱਜ ਤੱਕ ਨਹੀਂ ਬੋਲੇ, ਬੋਲਣਾ ਮਜਬੂਰੀ 'ਚ ਪਿਆ। ਜਿਹੜਾ ਅੱਜ ਬੀਬਾ ਜੀ 1 ਪੌਣੇ 11 ਵਜੇ ਰਾਤ ਮੈਸੇਜ ਪਾ ਰਹੀ ਹੈ, ਉਹਦਾ ਬੜਾ ਦੁੱਖ ਹੋਇਆ। ਉਹ ਕਹਿੰਦੇ ਵੀ ਬਹੁਤ ਅਸੀਂ ਪਤਾ ਨਹੀਂ ਕਿੱਡੇ ਕੁ ਵੱਡੇ ਲੀਡਰ ਹਾਂ ਅਸੀਂ, ਸਾਨੂੰ ਕਿੰਨੀ ਕੁ ਨੌਲੇਜ ਹੈ। 1-2 ਬੰਦੇ ਕਹਿੰਦੇ ਆ ਵੀ ਕਹਿੰਦੇ ਸੁਣ ਤਾਂ ਨੌਲੇਜ ਨਹੀਂ ਹੈ, ਸੁਣ ਤਾਂ ਪਤਾ ਹੀ ਨਹੀਂ ਹੈ, ਵਿਦ ਨੌ ਬੋਲਦੇ ਹੋ ਤੁਸੀਂ। ਮੈਨੂੰ ਸ਼ਰਮ ਆਉਂਦੀ ਹੈ ਯਾਰ ਤੁਹਾਡੀਆਂ ਗੱਲਾਂ ਸੁਣ ਸੁਣ ਕੇ, ਯਾਰ ਹੱਦ ਹੋ ਗਈ ਯਾਰ। ਤੁਹਾਡੇ ਨਾਲ 4 ਸਾਲ ਕੰਮ ਕੀਤਾ, ਮੈਨੂੰ ਇਸ ਗੱਲ ਦੀ ਬੇਸ਼ਰਮੀ ਆ ਰਹੀ ਹੈ ਕਿਸੇ ਨੂੰ ਦੱਸਣ ਲੱਗੇ ਵੀ ਹਾਂ ਜੀ ਇਹ ਗਰੁੱਪ ਵੀ ਸਾਡਾ ਹੀ ਬਣਾਇਆ ਹੋਇਆ ਸੀਗਾ। ਕਿਹਨੇ ਬਣਾਇਆ ਸੀ ਗਰੁੱਪ? ਇਹ ਕੌਣ ਸੀਗਾ? ਇਹ ਜਿਹੜੇ ਬੰਦੇ ਮੂਹਰੇ ਲੱਗੇ ਸੀ ਉਦੋਂ ਕਿਹਨੇ ਲਾਏ ਸੀ? ਉਹ ਤੁਹਾਨੂੰ ਆਪਣੇ ਆਪ ਲਾਇਆ ਸੀ ਕਿਸੇ ਨੇ? ਉਹ ਲਾਉਣ ਵਾਲੇ ਵੀ ਅਸੀਂ, ਉਹ ਕੰਜਰ ਸੀਗੇ। ਸਾਡੀ ਬਹੁਤ ਵੱਡੀ ਗਲਤੀ ਹੋਈ, ਤੁਹਾਨੂੰ ਮੂਹਰੇ ਅਸੀਂ ਲਾਇਆ। ਸਾਨੂੰ ਅੱਜ ਆਪਦੇ ਆਪ ਨੂੰ ਬੇਸ਼ਰਮੀ ਹੋ ਰਹੀ ਹੈ ਵੀ ਤੁਹਾਡੇ ਵਰਗੇ ਬੰਦਿਆਂ ਨਾਲ ਅਸੀਂ 4 ਸਾਲ ਬਰਬਾਦ ਕੀਤੇ ਯਾਰ। ਬਹੁਤ ਦੁੱਖ ਹੋ ਰਿਹਾ ਇਹ ਗੱਲ ਸੁਣ ਸੁਣ ਕੇ, ਬਹੁਤ ਗੱਲ ਦੁੱਖ ਹੋ ਰਿਹਾ ਸੋਚ ਸੋਚ ਕੇ ਵੀ ਅਸੀਂ ਤੁਹਾਡੇ ਵਰਗੇ ਬੰਦਿਆਂ ਨਾਲ ਕੰਮ ਕੀਤਾ 4 ਸਾਲ ਯਾਰ। 4 ਸਾਲ ਅਸੀਂ ਤੁਹਾਡੇ ਨਾਲ ਧੱਕੇ ਖਾਦੇ ਆ। ਸਾਨੂੰ ਪ੍ਰਾਪਤ ਕੀ ਹੋਇਆ? ਆ 2 ਛੁੱਟੀਆਂ ਜਾਂ ਆਹ ਜਿਹੜਾ 1000 ਰੁਪਏ ਵਧਿਆ, ਕੀ ਇਹ ਪ੍ਰਾਪਤੀ ਕਹਿ ਸਕਦੇ ਤੁਸੀਂ? ਇਹ ਤਾਂ ਵੈਸੇ ਵੀ ਚਲੋ ਇੱਕ ਕਾਨੂੰਨ ਦੇ ਵਿੱਚ ਆਉਂਦਾ ਹੀ ਹੈ ਵੀ ਜਿਹਨੂੰ 10 ਸਾਲ ਹੋ ਗਏ, 20 ਛੁੱਟੀਆਂ ਬਣਦੇ ਜੈਂਟਸ ਦੀਆਂ, ਤੁਸੀਂ 15 ਤੋਂ 10 ਕਰਵਾਤੀਆਂ, ਠੀਕ ਹੈ, 1000 ਰੁਪਇਆ ਜ਼ਰੂਰ ਵਧੇਗਾ। ਇਹ ਗੱਲ ਮੰਨ ਸਕਦੇ ਵੀ ਹਾਂ ਇਹ ਕੋਈ ਪ੍ਰਾਪਤੀ ਨਹੀਂ ਕਹਿ ਸਕਦੇ ਹੈਗੇ। ਤੁਸੀਂ ਆਪਦਾ ਸੈਟਿੰਗ ਕਰਕੇ ਆਪ HT ਲੱਗੇ ਅਤੇ ਹੁਣ ਤੁਸੀਂ ਸਾਨੂੰ ਨਾਲ ਬਰਾਬਰ ਡੋਬਣ ਨੂੰ ਫਿਰਦੇ ਹੋਗੇ ਐਂਟੀਟੀ ਦੀ ਪੋਸਟ ਦੇ ਵਿੱਚ। ਤੁਸੀਂ ਕਿਉਂ ਬਾਰ-ਬਾਰ ਕਹਿ ਰਹੇ ਹੋ ਵੀ ਹਾਂ ਜੀ 60,000 ਬੰਦੇ ਦੇ ਵਿੱਚੋਂ 8,000 ਬੰਦਾ ਕਿਵੇਂ ਜੁਆਇਨ ਹੋ ਜਾਊਗਾ? ਇਹ ਤੁਹਾਡੇ ਲਈ ਰਿਟਰਨ ਕੋਈ ਲੈਟਰ ਹੈਗਾ ਆ? ਜੇ ਹੈ ਲੈਟਰ ਕਿਸੇ ਲਵੇ ਤਾਂ ਪਲੀਜ਼ ਮੈਨੂੰ ਕਹਿੰਦਾ ਪਰਸਨਲੀ ਲੈਟਰ ਸੈਂਡ ਕੀਤਾ ਜਾਵੇ, ਜਿਹਦੇ ਵਿੱਚ 10,724 ਬੰਦੇ ਨੇ ਆਪਣੇ ਸਿੱਖਿਆ ਪ੍ਰੋਵਾਈਡਰ EGS। ਚਲੋ ਆਪਾਂ ਇਕੱਲੇ ਸਿੱਖਿਆ ਪ੍ਰੋਵਾਈਡਰ ਦੀ ਗੱਲ ਕਰ ਲਓ, ਕੋਈ EGS STR ਬਾਅਦ 'ਚ ਗੱਲ ਕਰਾਂਗੇ। ਇਕੱਲੇ ਸਿੱਖਿਆ ਪ੍ਰੋਵਾਈਡਰ ਜੇ 6,000 ਹੈ ਤਾਂ 6,000 ਦਾ ਲੈਟਰ ਤੁਹਾਡੇ ਹੱਥ 'ਚ ਹੈਗਾ ਇਸ ਟਾਈਮ ਵੀ 6,000 ਬੰਦਾ ਟੈਸਟ ਦੇਊਗਾ, ਚਾਹੇ ਨੰਬਰ ਉਹਦੇ ਘੱਟੇ ਹੋਣ, ਵੀ ਉਹਨੂੰ ਜੁਆਇਨ ਕਰਵਾਇਆ ਜਾਊਗਾ, ਵੀ ਉਹਨੂੰ ਕੰਪੀਟੀਸ਼ਨ 'ਚ ਨਹੀਂ ਵਾੜਿਆ ਜਾਊਗਾ। ਇਸ ਤਰ੍ਹਾਂ ਦਾ ਲੈਟਰ ਕੋਈ ਹੈ ਤਾਂ ਪਲੀਜ਼ ਕਿਰਪਾ ਕਰਕੇ ਸਾਥੀ ਜੀ, ਅਸੀਂ ਤੁਹਾਡੇ ਬਹੁਤ ਸਤਿਕਾਰ ਕਰਦੇ ਹਾਂ। ਇਸ ਤਰ੍ਹਾਂ ਦਾ ਕੋਈ ਲੈਟਰ ਹੈ, ਕੋਈ ਇਸ ਤਰ੍ਹਾਂ ਦੀ ਗੱਲਬਾਤ ਹੋਈ ਹੈ, ਕੋਈ ਰਿਟਰਨ ਕੋਈ ਤੁਹਾਡੇ ਲਈ ਪ੍ਰੂਫ ਹੈ ਤਾਂ ਕਿਰਪਾ ਕਰਕੇ ਸਾਨੂੰ ਸੈਂਡ ਕਰੋ। ਧਰਨਾ ਜਿਹੜਾ ਅਸੀਂ ਉਹ ਕੱਲ੍ਹ ਨੂੰ ਚੁਕਾ ਲਾਂਗੇ ਉੱਥੋਂ, ਠੀਕ ਹੈ। ਜੇ ਤੁਹਾਨੂੰ ਧਰਨਾ ਤੁਹਾਨੂੰ ਥੋੜ੍ਹਾ ਜਿਹਾ ਜ਼ਿਆਦਾ ਚੁੱਭਦਾ ਆ ਨਾ, ਜਿਹੜੇ ਸਾਥੀ ਚੜ੍ਹੇ ਆ ਬਿਲਡਿੰਗ ਦੇ ਉੱਪਰ, ਜਾਂ ਸਾਡਾ ਧਰਨਾ ਥੱਲੇ ਤੁਹਾਨੂੰ ਚੁੱਭਦਾ ਆ, ਜਾਂ ਤੁਹਾਡਾ ਪੇਪਰ ਕੈਂਸਲ ਹੋਇਆ ਆ, ਤੁਹਾਡੇ ਲਵੇ ਇੱਕ ਲੈਟਰ ਹੈ ਜਿਹਦੇ ਵਿੱਚ ਇਹ ਲਿਖਿਆ ਹੋਵੇ ਵੀ ਸਿੱਖਿਆ ਪ੍ਰੋਵਾਈਡਰ ਇਕੱਲੇ ਦਾ ਇਕੱਲਾ ਸਾਰੇ ਦਾ ਸਾਰਾ ਵੀ ਉਹ ਟੈਸਟ ਦੇ ਕੇ, ਜਿਵੇਂ ਅੱਜ ਬੀਬਾ ਜੀ ਨੇ ਬੋਲਿਆ 10 ਨੰਬਰ ਨਹੀਂ ਲੈ ਸਕਦੇ, 20 ਨੰਬਰ ਨਹੀਂ ਲੈ ਸਕਦੇ, 30 ਨੰਬਰ ਨਹੀਂ ਲੈ ਸਕਦੇ। ਬੀਬਾ ਤੂੰ ਨੰਬਰ ਲੈ ਸਕਦੇ, ਤੂੰ HT ਕਿਉਂ ਨਹੀਂ ਲੱਗੀ? CHT ਕਿਉਂ ਨਹੀਂ ਲੱਗੀ? ਮਾਸਟਰ ਕੇਡਰ ਪੇਪਰ ਆਇਆ ਤੂੰ ਕਿਉਂ ਨਹੀਂ ਲੱਗੀ? EDT ਦਾ ਆਇਆ ਤੂੰ ਕਿਉਂ ਨਹੀਂ ਲੱਗੀ? ਸਾਡੇ ਨਾਲ ਤੂੰ ਵੀ ਬਰਾਬਰ ਧੱਕੇ ਖਾਂਦੀ ਰਹੀ ਆ, ਹੁਣ ਤੈਨੂੰ ਗੱਲਾਂ ਆਉਣ ਲੱਗ ਗਈਆਂ। ਕਿਹੜੇ ਪਾਸੇ ਤੈਨੂੰ ਕਹਿੰਦੀ ਵੀ ਹਾਂ NTT ਲੱਗ ਜੂਗੀ? NTT ਕੀ ਹੈ? ਕਿ ਕਿੱਡਾ ਕੋਰਸ ਹੈ? DC ਦਾ ਕੋਰਸ ਹੈ? IAS ਲੱਗੇਗੀ? ਥੋੜ੍ਹਾ ਜਿਹਾ ਬੀਬਾ ਜੀ ਦੇਖ ਕੇ ਬੋਲੋ। ਅਸੀਂ ਤੁਹਾਡੇ ਭਾਈ ਹੋਈ ਹਾਂ, ਤੁਹਾਡੇ ਖਿਲਾਫ ਅਸੀਂ ਬੋਲਣਾ ਨਹੀਂ ਚਾਹੁੰਦੇ ਹੈਗੇ, ਨਾ ਤੁਹਾਡਾ ਨਾਮ ਯੂਜ਼ ਕਰਨਾ ਚਾਹੁੰਦੇ ਹਾਂ। ਅਸੀਂ ਤੁਹਾਡੇ ਨਾਲ ਕੋਆਪਰੇਟ ਕਰਨ ਨੂੰ ਤਿਆਰ ਹਾਂ, ਤੁਸੀਂ ਕੋਆਪਰੇਟ ਵੱਲ ਚੱਲੋ, ਕਿਸੇ ਦੀ ਸ਼ਾਨ ਦੇ ਖਿਲਾਫ ਨਾ ਬੋਲੋ, ਕਿਸੇ ਦੇ ਕੁਛ ਨਾ ਕੁਛ ਕਹੋ। ਜੋ ਉੱਥੇ ਚੱਲ ਰਿਹਾ ਉਹਨੂੰ ਚੱਲਣ ਦਿਓ, ਉਹਨੂੰ ਢਾਹ ਨਾ ਲਾਓ, ਮਿੱਠੂ ਚਮਚੇ ਨਾ ਬਣੋ। ਜਿਹੜਾ ਕੁਛ ਸਿਸਟਮ ਸੀਗਾ, ਦੇਖੋ ਮੈਂ ਤਾਂ ਤੁਹਾਡੇ ਨਾਲ 4-5 ਸਾਲ ਕੰਮ, 4-4.5 ਸਾਲ ਕੰਮ ਕੀਤਾ ਆ। ਅੰਦਰ ਵੀ ਤੂੰ ਮੇਰੇ ਨਾਲ ਜਾਂਦੀ ਰਹੀ ਉੱਥੇ ਮੀਟਿੰਗ ਦੇ ਵਿੱਚ, ਮੈਂ ਵੀ ਤੁਹਾਡੇ ਨਾਲ ਜਾਂਦਾ ਰਿਹਾ, ਜਾਂ ਸਟੇਟ ਕਮੇਟੀ ਪਹਿਲਾਂ ਜਿਹੜੀ ਹੁੰਦੀ ਸੀ ਉਹ ਵੀ ਜਾਂਦੇ ਰਹੇ ਆ। ਉਹ ਸਭ ਨੂੰ ਪਤਾ ਹੀ ਆ ਉੱਥੋਂ ਕਿਵੇਂ ਮੁੜਦੇ ਰਹੇ ਆ ਅਤੇ ਗੱਲਬਾਤ ਅੰਦਰ ਕੀ ਹੁੰਦੀ ਰਹੀ ਹੈ। ਅਤੇ ਆਪਾਂ ਨੂੰ ਸਭ ਨੂੰ ਪਤਾ ਹੀ ਹੈ ਵੀ ਆਪਣੀ ਕਿੰਨੀ ਕੁ ਅੰਦਰ ਇੱਜ਼ਤ ਕਰਦਾ ਸੀ ਕੋਈ, ਕਿੰਨੀ ਕੁ ਗੱਲਬਾਤ ਹੁੰਦੀ ਸੀਗੀ। ਸੋ ਪਲੀਜ਼ ਕਿਸੇ ਦੀ ਸ਼ਾਨ ਆਪਣਾ ਕਹਿਣਾ ਸਿਸਟਮ ਦੇ ਵਿੱਚ ਚੱਲੋ, ਕਿਸੇ ਦੇ ਖਿਲਾਫ ਨਾ ਚੱਲੋ। ਜੋ ਧਰਨਾ ਚੱਲ ਰਿਹਾ ਹੈ ਉਹ ਸਰਬੱਤ ਦੇ ਭਲੇ ਵਾਸਤੇ ਚੱਲ ਰਿਹਾ ਹੈ। ਕੱਚੇ ਅਧਿਆਪਕ ਯੂਨੀਅਨ ਪਲੱਸ ਕੱਚੇ ਔਲ ਕਰਮਚਾਰੀ, ਨੰਬਰ ਦੂਜੇ 'ਤੇ ਸਿੱਖਿਆ ਵਿਭਾਗ ਨੂੰ ਬਚਾਉਣ ਵਾਸਤੇ, ਸਿੱਖਿਆ ਸਕੂਲਾਂ ਨੂੰ ਬਚਾਉਣ ਵਾਸਤੇ, ਸਭ ਦੇ ਭਲੇ ਵਾਸਤੇ ਧਰਨਾ ਚੱਲ ਰਿਹਾ ਹੈ, ਜਿਹਦੇ ਵਿੱਚ ਸਾਰੀਆਂ ਜਥੇਬੰਦੀਆਂ ਉੱਥੇ ਆ ਕੇ ਬਿਲਕੁਲ ਸਮਰਥਨ ਕਰ ਰਹੀਆਂ ਨੇਗੀਆਂ। ਪਹਿਲਾਂ ਤੁਸੀਂ ਦੱਸੋ 4 ਸਾਲ ਵਿੱਚ ਕਦੇ ਧਰਨਾ ਲੱਗਿਆ ਸੀ ਉੱਥੋਂ? ਤੁਹਾਡਾ ਕਿਸੇ ਨੇ ਸਮਰਥਨ ਕੀਤਾ ਕਿ ਆਉਣ ਲਈ ਸਿੱਧੂ ਤੋਂ ਬਿਨਾਂ? ਇੱਥੇ ਇਕੱਲੀ ਯੂਨੀਵਰਸਿਟੀ ਪਹੁੰਚ ਰਹੀ ਹੈ, ਯੂਨੀਵਰਸਿਟੀ ਨਹੀਂ, ਮੈਂ ਗਲਤ ਬੋਲ ਗਿਆ ਥੋੜ੍ਹਾ ਜਿਹਾ, ਇਕੱਲੀ ਯੂਨੀਅਨ ਪਹੁੰਚ ਰਹੀ ਹੈ।
ਉਹਦੇ ਵਿੱਚ ਚਾਹੇ ਜਿਹੜੀ ਮਰਜ਼ੀ ਯੂਨੀਅਨ ਦਾ ਨਾਮ ਤੁਸੀਂ ਚੂਜ਼ ਕਰ ਸਕਦੇ ਹੋ, ਜਿਹਦੇ ਪ੍ਰਧਾਨ ਨਾਲ ਮਰਜ਼ੀ ਗੱਲ ਕਰ ਸਕਦੇ ਹੋਗੇ। ਤੇ ਉਹ ਸਾਰੇ ਇਕੱਲੇ ਇਕੱਲੇ, ਅੱਜ ਜੇ ਤੁਸੀਂ ਦੇਖ ਲਓ ਅੰਮ੍ਰਿਤਸਰ ਦੀ ਵਾਰੀ ਸੀ ਕੋਈ ਲਾਉਣ ਲਈ, ਉੱਥੇ ਜਨਤਾ ਦੇਖੀ ਕਿੰਨੀ ਹੈਗੀ। ਉਹ ਪਾਗਲ ਥੋੜੀ ਜਿਹੜੇ ਤੁਰੇ ਫਿਰੀ ਜਾਂਦੇ ਨੇਗੇ। ਤੁਸੀਂ ਕਹਿੰਦੇ ਵੀ ਹਾਂ ਜੇ ਅਸੀਂ ਘਰੇ ਵੱਢ ਕੇ ਬਹੁਤ ਵੱਡਾ ਟੈਸਟ ਅਪਲਾਈ ਕਰ ਲਿਆ, ਬਹੁਤ ਵੱਡਾ ਅਸੀਂ ਪਤਾ ਨਹੀਂ ਕੀ ਪ੍ਰਾਪਤੀ ਕਰ ਲਈ ਹੈ, ਬਹੁਤ ਵੱਡਾ ਪਤਾ ਨਹੀਂ ਸਾਡਾ ਟੈਸਟ ਕੈਂਸਲ ਹੋ ਗਿਆ ਜਿਹਦੇ ਵਿੱਚ ਅਸੀਂ IAS ਲੱਗ ਜਾਣਾ ਸੀਗਾ, ਉਹ ਲੱਗਣਾ NTT ਹੋਈ ਹੈ। ਟੈਸਟ ਦਵੋ ਨਾ ਦਵੋ, ਪੇਪਰ ਲਵੇ ਨਾ ਲਵੇ ਸਰਕਾਰ, ਜੋ ਮਰਜ਼ੀ ਹੋਵੇ, ਪੱਕੀ ਹੋਵਾਂਗੇ ਜਦੋਂ ਦੇਖੀ ਜਾਊਗੀ। ਪਰ ਜੋ ਅੱਜ ਮੂਵਮੈਂਟ ਚੱਲ ਰਹੀ ਹੈ ਉਹਦਾ ਹਿੱਸਾ ਬਣਨ ਦੀ ਲੋੜ ਹੈ। ਨਹੀਂ ਹਿੱਸਾ ਬਣ ਸਕਦੇ ਹੈਗੇ ਤਾਂ ਕਿਸੇ ਦੇ ਖਿਲਾਫ ਬਿਲਕੁਲ ਨਾ ਬੋਲੋ ਜੀ। ਇਹ ਬਰਦਾਸ਼ਤ ਵੀ ਨਹੀਂ ਕੀਤਾ ਜਾਵੇਗਾ। ਸਾਰੀਆਂ ਜਥੇਬੰਦੀਆਂ ਵੱਲੋਂ ਇਹ ਤੁਹਾਨੂੰ ਅਪੀਲ ਕੀਤੀ ਜਾਂਦੀ ਹੈ, ਨਹੀਂ ਸਾਥ ਦੇ ਸਕਦੇ ਆਪਦੇ ਘਰੇ ਬੈਠ ਕੇ ਆਰਾਮ ਆਰਾਮ ਕਰੋ, ਪਰ ਕਿਸੇ ਦੇ ਖਿਲਾਫ ਨਾ ਬੋਲੋ ਜੀ। ਇੰਨੀਆਂ ਹੀ ਬੇਨਤੀਆਂ ਦੇ ਨਾਲ ਅਸੀਂ ਸਭ ਸਾਥੀ ਜਿਹੜੇ ਕੱਚੇ ਅਧਿਆਪਕ ਯੂਨੀਅਨ ਪੰਜਾਬ ਤੁਹਾਨੂੰ ਬੇਨਤੀ ਕਰਦੇ ਹਾਂ, ਆਰਾਮ ਨਾਲ ਘਰੇ ਬਹਿ ਕੇ ਆਰਾਮ ਕਰੋ ਜੀ, ਕਿਸੇ ਦੀ ਸ਼ਾਨ ਦੇ ਖਿਲਾਫ ਨਾ ਬੋਲੋ। ਸਮੂਹ ਕੱਚੇ ਅਧਿਆਪਕ ਯੂਨੀਅਨ ਪੰਜਾਬ, ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ।